ਭਾਰਤੀ ਸਮੇਂ ਮੁਤਾਬਕ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 6:30 ਤੋਂ 7:30। ਵੇਖਣਾ ਨਾ ਭੁੱਲਣਾ ਪ੍ਰੋਗਰਾਮ ਸੁਣ ਲੈ ਸਰਕਾਰੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰ ਟੀਵੀ। ਮੈਂ ਬਰਾੜ ਸੂਬੇ ਵਾਲਾ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਸੁਣ ਲੈ ਸਰਕਾਰੀ। ਉਮੀਦ ਕਰਦੇ ਹਾਂ ਤੁਹਾਡੇ ਸਭ ਦੀਆਂ ਸਿਹਤਾਂ ਤੰਦਰੁਸਤ ਹੋਣਗੀਆਂ। ਨਾਲ ਵਜੀਦ ਜੀ ਨਿੱਘਾ ਸਵਾਗਤ। ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਲਾਂ ਬਾਤਾਂ ਜਿਹੜੀਆਂ ਹੋਣੀਆਂ ਜੀ, ਇੱਕ ਤਾਂ ਆਪਾਂ ਅਮਰੀਕਾ ਤੋਂ ਦੱਸਾਂਗੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਾਹਿਬ ਨੇ ਕਹਿ ਦਿੱਤਾ ਹੈ ਕਿ ਮੈਂ ਕਿੰਨੀਆਂ ਕੁ ਹੋਰ ਪੀੜ੍ਹੀਆਂ ਨੂੰ ਅਫਗਾਨਿਸਤਾਨ ਭੇਜੀ ਜਾਂਦਾ, ਕਿੰਨੀਆਂ ਕੁ ਮਾਵਾਂ ਦੇ ਪੁੱਤਰ ਜਾਂ ਧੀਆਂ ਨੂੰ ਉੱਥੇ ਸ਼ਹੀਦ ਕਰਵਾਈ ਜਾਂਦਾ। ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਆਪਣੇ ਆਪ ਅਫਗਾਨੀਆਂ ਨੂੰ ਲੜਨਾ ਹੀ ਪੈਣਾ ਸੀ। ਇਸ 'ਤੇ ਵੀ ਆਪਾਂ ਚਰਚਾ ਕਰਾਂਗੇ। ਜਸਟਿਨ ਟਰੂਡੋ ਦੀ ਜਿਹੜੀ ਪਾਰਟੀ ਹੈਗੀ ਹੈ ਉਹ ਕਹਿੰਦੇ ਹਾਰ ਵੱਲ ਹੈ। ਸਰਵੇਖਣ ਜਿਹੜੇ ਸਾਹਮਣੇ ਨਿਕਲ ਕੇ ਆ ਰਹੇ ਹੈ, ਦੂਜੇ ਅਤੇ ਤੀਜੇ ਨੰਬਰ ਦੀਆਂ ਜਿਹੜੀਆਂ ਦੂਜੀਆਂ ਪਾਰਟੀਆਂ ਸੀ ਉਹ ਕਿਤੇ ਨਾ ਕਿਤੇ ਕਿੰਨੇ ਕੁ ਥਾਂ 'ਤੇ ਅੱਗੇ ਆ ਰਹੀਆਂ। ਪਰ ਟਰੂਡੋ ਨੂੰ ਲੈ ਕੇ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਬਾਹਲੀ ਕੋਈ ਵਧੀਆ ਗੱਲ ਖਾਸ ਖੁਸ਼ੀ ਵਾਲੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ। ਅਗਲੇ ਪਾਸੇ ਆਪਾਂ ਗੱਲ ਕਰਾਂਗੇ ਜੀ, ਭਾਰਤ ਦੇ ਵਿੱਚ 2-3 ਅਹਿਮ ਖਬਰਾਂ ਹੈਗੀਆਂ। ਉਹਨਾਂ ਦੇ ਵਿੱਚੋਂ ਇੱਕ ਤਾਂ ਖਾਸ ਤੌਰ 'ਤੇ ਸਨਾਰੀਆ ਜੇਲ੍ਹ ਤੋਂ ਫੇਰ ਆ ਗਈ ਹੈ। ਖਬਰ ਇਹ ਹੈ ਕਿ ਇੱਕ ਹੋਰ ਜਿਹੜਾ ਮਰਡਰ ਕੇਸ ਦੀ ਸੁਣਵਾਈ ਹੈਗੀ ਆ ਮਾਣਯੋਗ ਅਦਾਲਤ ਨੇ, ਉਹਦੇ 'ਤੇ 24 ਅਗਸਤ ਨੂੰ ਕੋਈ ਫੈਸਲਾ ਆ ਸਕਦਾ। ਉਹਦੇ 'ਤੇ ਆਪਾਂ ਗੱਲ ਕਰ ਲਾਂਗੇ। ਅਤੇ ਇਸ ਤੋਂ ਇਲਾਵਾ ਜੀ ਸ਼ਸ਼ੀ ਥਰੂਰ ਜਿਹੜੇ ਸੀਗੇ ਉਹਨਾਂ 'ਤੇ ਵੀ ਇੱਕ ਜਿਹੜਾ ਮੁਕੱਦਮਾ ਚੱਲਦਾ ਸੀਗਾ, ਇੱਕ ਕੇਸ ਸੀਗਾ ਜੀ ਉਹਨਾਂ ਆਪਣੀ ਵਾਈਫ ਨੂੰ ਲੈ ਕੇ, ਉਹਦੇ ਵਿੱਚੋਂ ਹੁਣ ਉਹ ਬਰੀ ਹੋ ਚੁੱਕੇ ਹੈ। ਅਤੇ ਅਗਲੇ ਪਾਸੇ ਆਪਾਂ ਗੱਲ ਕਰਾਂਗੇ ਖਾਸ ਤੌਰ 'ਤੇ ਨਵਜੋਤ ਸਿੰਘ ਸਿੱਧੂ ਦੀ। ਸਿੱਧੂ ਸਾਹਿਬ ਨੇ 2 ਆਪਣੇ ਜਿਹੜੇ ਮੀਡੀਆ ਸਲਾਹਕਾਰ ਨਿਯੁਕਤ ਕਰ ਦਿੱਤੇ ਹੈ। ਸੁਖਬੀਰ ਸਿੰਘ ਬਾਦਲ ਦੀ ਵੀ ਗੱਲ ਕਰ ਲਾਂਗੇ। ਬਾਪੂ ਦੇ ਪੈਰੀਂ ਹੱਥ ਲਾ ਕੇ 100 ਦਿਨ ਦੀ ਯਾਤਰਾ 'ਤੇ ਨਿਕਲੇ ਸੀ, ਪਰ ਜੀਰਾ ਦੇ ਨੇੜੇ ਬਹੁਤ ਵੱਡਾ ਇੱਕ ਜਿਹੜਾ ਕਿਸਾਨਾਂ ਦਾ ਇਕੱਠ ਹੋਇਆ, ਜਿੱਥੇ ਕਾਲੀਆਂ ਝੰਡੀਆਂ ਵਿਖਾ ਕੇ ਉਹਨਾਂ ਦਾ ਜਿਹੜਾ ਵਿਰੋਧ ਕੀਤਾ ਗਿਆ। ਅਤੇ ਅਫਗਾਨੀਆਂ ਨੇ ਆਉਂਦੇ ਤਾਲੀਬਾਨੀਆਂ ਨੇ ਆਉਂਦੇ ਸਾਰੇ ਅਫਗਾਨੀਆਂ ਦੇ ਵਿੱਚ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਆ। ਇੱਕ ਪਾਸੇ ਤਾਂ ਕਹਿੰਦੇ ਆ ਕਿ ਮਹਿਲਾਵਾਂ ਦੇ ਨਾਲ ਕੋਈ ਵੀ ਅਸੀਂ ਮਤਭੇਦ ਨਹੀਂ ਕਰਾਂਗੇ, ਉਹਨਾਂ ਨੂੰ ਮੌਕਾ ਦੇਵਾਂਗੇ ਅੱਗੇ ਆਉਣ ਦਾ। ਅਤੇ ਨਾਲ ਦੀ ਨਾਲ ਹੀ ਜਿਹੜੇ ਨਿਊਜ਼ ਐਂਕਰ ਔਰਤਾਂ ਨਿਊਜ਼ ਐਂਕਰ ਜਿਹੜੀਆਂ ਸੀਗੀਆਂ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਕਹਿੰਦੇ ਵੀ ਇਹ ਸਾਡੇ ਧਰਮ ਦੇ ਖਿਲਾਫ ਹੈਗੇ ਆ। ਇਹਦੇ 'ਤੇ ਵੀ ਆਪਾਂ ਗੱਲ ਕਰ ਲਾਂਗੇ ਕਿ ਦੋਗਲਾ ਚਿਹਰਾ ਅਫਗਾਨੀ ਜਿਹੜੇ ਹੈਗੇ ਆ ਉਹ ਤਾਲੀਬਾਨੀ ਕਿਉਂ ਦਿਖਾ ਰਹੇ ਆ। ਕਲਯੁਗੀ ਪੁੱਤ ਦੀ ਗੱਲ ਕਰ ਲਾਂਗੇ ਜੀ। ਮਾਂ ਦੀ ਇੱਕ ਇੱਛਾ ਉਹਨੇ ਪੂਰੀ ਕਰਤੀ ਹੈ। ਕਿਹੜੀ ਇੱਛਾ ਸੀਗੀ? ਅਤੇ ਕੁਛ ਕੁ ਖਬਰਾਂ 1-2 ਹੋਰ ਹੈਗੀਆਂ ਜੀ, ਮਾੜਾ ਆਪਾਂ ਜ਼ਰੂਰ ਸਾਰੀਆਂ 'ਤੇ ਜ਼ਿਕਰ ਕਰਾਂਗੇ। ਜੀ ਕਰੋ ਜੀ ਸ਼ੁਰੂਆਤ। ਬਿਲਕੁਲ ਜੀ, ਸ਼ੁਰੂਆਤ ਕੈਨੇਡਾ ਦੇ ਇਲੈਕਸ਼ਨ ਤੋਂ ਕਰਾਂਗੇ ਜੀ। ਹੈਰਾਨਕੁਨ ਸਰਵੇਖਣ ਸਾਹਮਣੇ ਆ ਰਹੇ ਨੇ। ਹਾਲਾਂਕਿ ਆਪਾਂ ਪਿਛਲੇ ਦਿਨੀ ਵੀ ਜ਼ਿਕਰ ਕੀਤਾ ਸੀ ਕਿ ਲਗਾਤਾਰ ਵਕਫੇ 'ਤੇ ਵੱਖ-ਵੱਖ ਏਜੰਸੀਆਂ ਵੱਲੋਂ ਵੱਖ-ਵੱਖ ਇਕਾਈਆਂ ਵੱਲੋਂ ਚੋਣ ਸਰਵੇਖਣ ਸਾਹਮਣੇ ਲਿਆਂਦੇ ਜਾ ਰਹੇ ਨੇ। ਪਰ ਇੱਕ ਜਿਹੜਾ ਤਾਜ਼ਾ ਸਰਵੇਖਣ ਹੈ ਟੋਰਾਂਟੋ ਸਟਾਰ ਵਿੱਚ ਪ੍ਰਕਾਸ਼ਿਤ ਤਾਜ਼ਾ ਸਰਵੇਖਣ ਦਾ ਸਿਗਨਲ, ਇਹਨੂੰ ਆਪਾਂ ਇੱਕ ਚੋਣ ਐਨਾਲਿਸਿਸ ਵੀ ਕਹਿ ਸਕਦੇ ਹਾਂ, ਚੋਣ ਵਿਸ਼ਲੇਸ਼ਣ ਵੀ ਕਹਿ ਸਕਦੇ ਹਾਂ, ਜੋ ਪ੍ਰਕਾਸ਼ਿਤ ਕੀਤਾ ਗਿਆ ਹੈ। ਔਰ ਇਹਦੇ ਵਿੱਚ ਨੈਕ ਟੂ ਨੈਕ ਫਾਈਟ ਨਜ਼ਰ ਨਹੀਂ ਆ ਰਹੀ। ਲੱਗਦਾ ਹੈ ਕਿ ਲਿਬਰਲ ਪਾਰਟੀ ਪਛੜ ਰਹੀ ਹੈ। ਦੱਸ ਦਈਏ ਦਰਸ਼ਕਾਂ ਨੂੰ ਕਿ ਜੇ ਅੱਜ ਵੋਟਾਂ ਪੈ ਜਾਣ, ਇਹ ਜਿਹੜਾ ਚੋਣ ਸਰਵੇਖਣ ਹੈ ਜਾਂ ਚੋਣ ਵਿਸ਼ਲੇਸ਼ਣ ਹੈ ਜੋ ਕਹਿ ਰਿਹਾ ਹੈ ਕਿ ਜੇ ਅੱਜ ਵੋਟਾਂ ਪੈ ਜਾਣ ਤਾਂ ਲਿਬਰਲ ਪਾਰਟੀ ਨੂੰ 33.4% ਲੋਕ ਵੋਟ ਪਾਉਣਗੇ ਕੈਨੇਡਾ ਦੇ, ਔਰ ਕੰਜ਼ਰਵੇਟਿਵਜ਼ ਨੂੰ 32.1%। ਜਿਹੜਾ ਫਰਕ ਕਿਸੇ ਵੇਲੇ 6-7 ਅੰਕਾਂ ਦਾ ਨਜ਼ਰ ਆ ਰਿਹਾ ਸੀ। ਪਿਛਲੇ ਦਿਨੀ ਵੀ ਆਪਾਂ ਜ਼ਿਕਰ ਕੀਤਾ ਸੀ, ਉਦੋਂ ਵੀ ਹਲੇ 3-4 ਅੰਕਾਂ ਦਾ ਫਰਕ ਨਜ਼ਰ ਆ ਰਿਹਾ ਸੀ। ਉਹ ਹੁਣ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ। ਇਸ ਵਿਸ਼ਲੇਸ਼ਣ ਦੀ ਖਾਸ ਗੱਲ ਇਹ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਨ ਓਟੂਲ ਨੂੰ ਲੋਕ ਸਮਝਣ ਦਾ ਯਤਨ ਕਰ ਰਹੇ ਨੇ ਕਿ ਉਹਨਾਂ ਦੀਆਂ ਨੀਤੀਆਂ ਨੇ ਸੰਭਾਵਤ ਤੌਰ ਤੇ ਸ਼ਾਇਦ ਸਾਡੇ ਕੰਮ ਦੀਆਂ ਨੇ, ਸਾਡੇ ਭਲੇ ਵਾਲੀਆਂ ਨੇ। ਇਹ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਉਹ ਧਿਆਨ ਦੇ ਰਹੇ ਨੇ, ਤਵੱਜੋ ਦੇ ਰਹੇ ਨੇ, ਖਾਸ ਤੌਰ ਤੇ ਓਨਟਾਰੀਓ ਦੇ ਲੋਕ ਜਿਨ੍ਹਾਂ ਦੇ ਸਿਰ ਤੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ। ਔਰ ਉਸ ਸੂਬੇ ਦੇ ਵਿੱਚ ਹੁਣ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਗ੍ਰਾਫ ਹੈ ਉਹ ਉੱਪਰ ਜਾਣਾ ਸ਼ੁਰੂ ਹੋ ਗਿਆ। ਇਹ ਲਿਬਰਲ ਪਾਰਟੀ ਵਾਸਤੇ ਤਾਂ ਚਲੋ ਮਾੜੀ ਗੱਲ ਹੋਊਗੀ, ਪਰ ਕੰਜ਼ਰਵੇਟਿਵ ਪਾਰਟੀ ਜਿਹੜੀ ਕਿ ਭਾਵੇਂ ਕਿ ਸਰਕਾਰ ਪਿਛਲੇ ਜਿਹੜੀਆਂ 2019 ਦੀਆਂ ਚੋਣਾਂ ਦੌਰਾਨ ਬਣਾਉਣ ਤੋਂ ਪਛੜ ਗਏ ਸੀ ਐਂਡਰੂ ਸ਼ੀਰ, ਪਰ ਜਿਹੜਾ ਹੁਣ ਗ੍ਰਾਫ
ਸਾਫ਼ ਉੱਪਰ ਜਾ ਰਿਹਾ ਹੈ ਜੀ। GTA ਦੀਆਂ ਸੀਟਾਂ ਤੇ ਗਹਿ-ਗੱਚ ਮੁਕਾਬਲਾ, ਫਸਵਾਂ ਮੁਕਾਬਲਾ ਔਰ ਕਈ ਥਾਵਾਂ ਤੇ ਤਾਂ ਹੱਥ ਉੱਪਰ ਹੋਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਨੇ। ਉਹ ਲਿਬਰਲ ਪਾਰਟੀ ਵਾਸਤੇ ਚਿੰਤਾ ਦਾ ਵਿਸ਼ਾ ਹੈ। ਦੱਸ ਦਈਏ ਕਿ ਨਿਊ ਡੈਮੋਕ੍ਰੈਟਿਕ ਪਾਰਟੀ, ਜਗਮੀਤ ਸਿੰਘ ਦਾ ਜ਼ਿਕਰ ਕਰਨਾ ਖਾਸ ਤੌਰ ਤੇ ਬਣਦਾ ਹੈ। ਉਹਨਾਂ ਨੂੰ ਆਪਣੇ ਮੁਕਾਬਲੇ ਜਸਟਿਨ ਟਰੂਡੋ ਨੇ ਜਾਂ ਐਰਨ ਓਟੂਲ ਨੇ, ਉਹਨਾਂ ਦੇ ਮੁਕਾਬਲੇ ਵਧੇਰੇ ਮਕਬੂਲੀਅਤ ਮਿਲਦੀ ਨਜ਼ਰ ਆ ਰਹੀ ਹੈ। ਲੋਕ ਹਾਲਾਂਕਿ ਉਹਨਾਂ ਦੀ ਪਾਰਟੀ ਨੂੰ ਭਾਵੇਂ ਉਹਨਾਂ ਪਸੰਦ ਨਹੀਂ ਕਰ ਰਹੇ, ਪਰ ਐਜ਼ ਏ ਲੀਡਰ, ਇੱਕ ਆਗੂ ਦੇ ਤੌਰ ਤੇ ਕੈਨੇਡਾ ਦੇ ਲੋਕ ਉਹਨਾਂ ਨੂੰ ਬੇਹੱਦ ਪਸੰਦ ਕਰ ਰਹੇ ਨੇ। ਇਸ ਚੋਣ ਸਰਵੇਖਣ ਦੀ ਇੱਕ ਗੱਲ ਇਹ ਵੀ ਹੈ ਕਿ ਸ਼ਾਇਦ ਜਿਹੜੀਆਂ 2019 ਦੇ ਵਿੱਚ ਸੀਟਾਂ ਗਵਾਈਆਂ ਸੀ NDP ਨੇ, ਉਹ ਜਗਮੀਤ ਸਿੰਘ ਦੀ ਵੱਧਦੀ ਮਕਬੂਲੀਅਤ ਦੇ ਸਿਰ ਤੇ ਉਹ ਦੁਬਾਰਾ ਹਾਸਲ ਕਰਨ ਦੇ ਵਿੱਚ ਸਫਲ ਹੋ ਸਕਦੀ ਹੈ ਨਿਊ ਡੈਮੋਕ੍ਰੈਟਿਕ ਪਾਰਟੀ। ਜੀ ਵਾਕਈ ਜ਼ਿਕਰ ਕਰਨਾ ਬਣਦਾ ਇੱਥੇ। ਪਹਿਲਾਂ ਆਪਾਂ ਓਨਟਾਰੀਓ ਦਾ ਜ਼ਿਕਰ ਕਰਦੇ ਹਾਂ ਕਿਉਂਕਿ ਸਭ ਤੋਂ ਵੱਧ ਸੀਟਾਂ ਇੱਥੇ ਨੇ, ਤੇ ਇੱਕ ਬ੍ਰਿਟਿਸ਼ ਕੋਲੰਬੀਆ ਦਾ ਵੀ ਜ਼ਿਕਰ ਕਰ ਲਾਂਗੇ। ਬਾਕੀ ਕਿਊਬਿਕ ਦੇ ਇਹਦੇ ਵਿੱਚ ਡਿਟੇਲਸ ਭਾਵੇਂ ਨਹੀਂ ਦਿੱਤੇ ਗਏ, ਪਰ ਜਿਹੜੀ ਪਰਸੈਂਟੇਜ ਹੈ, ਪ੍ਰਤੀਸ਼ਤ ਦਰਸਾਇਆ ਜਾ ਰਿਹਾ ਹੈ। ਹਾਲੇ ਵੋਟਾਂ ਦੇ ਵਿੱਚ ਬਹੁਤ ਦਿਨ ਬਾਕੀ ਨੇ, 1 ਮਹੀਨੇ ਤੋਂ ਵੱਧ ਸਮਾਂ ਬਾਕੀ ਹੈ। ਅੱਜ 19 ਤਰੀਕ ਹੋਈ ਹੈ ਭਾਰਤੀ ਸਮੇਂ ਮੁਤਾਬਕ, ਤੇ ਕੈਨੇਡਾ ਦੇ ਸਮੇਂ ਮੁਤਾਬਕ 20 ਤਰੀਕ ਨੂੰ ਵੋਟਾਂ ਪੈਣੀਆਂ ਨੇ। ਤਕਰੀਬਨ 32 ਦਿਨ ਬਾਕੀ ਨੇ। 32 ਦਿਨਾਂ ਦੇ ਵਿੱਚ ਲੱਗਦਾ ਹੈ ਕਿ ਹਾਲਾਤ ਚੇਂਜ ਹੋ ਸਕਦੇ ਨੇ। ਇਹ ਕਿੱਧਰ ਨੂੰ ਜਾਣਗੇ ਆਪਾਂ ਫਿਲਹਾਲ ਕੋਈ ਪ੍ਰੈਡਿਕਸ਼ਨ ਨਹੀਂ ਕਰਾਂਗੇ, ਪਰ ਆਪਾਂ ਸਰਵੇਖਣਾਂ ਦੇ ਆਧਾਰ ਤੇ ਕਹਿ ਰਹੇ ਹਾਂ ਕਿ ਲਿਬਰਲ ਪਾਰਟੀ ਦਾ ਜਹਾਜ਼ ਇੱਕ ਘੁੰਮਣ ਘੇਰੀ ਦੇ ਵਿੱਚ ਘਿਰ ਗਿਆ ਜਾਪਦਾ, ਜਾਂ ਇੱਕ ਸਮੁੰਦਰੀ ਤੂਫਾਨ ਨੇ ਉਸ ਨੂੰ ਘੇਰ ਲਿਆ, ਜਿਹੜਾ ਕਿਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ਜੋ ਬਹੁਮਤ ਵਾਸਤੇ ਇਲੈਕਸ਼ਨ ਦਾ ਐਲਾਨ ਕੀਤਾ ਗਿਆ ਸੀ, ਉਹ ਪਾਸਾ ਪੁੱਠਾ ਪੈਂਦਾ ਨਜ਼ਰ ਆ ਰਿਹਾ। ਸ਼ੁਰੂਆਤ ਕਰਾਂਗੇ ਓਨਟਾਰੀਓ ਤੋਂ ਜੀ, ਕਿਉਂਕਿ ਸਭ ਤੋਂ ਵੱਧ ਸੀਟਾਂ, ਪਾਰਲੀਮਾਨੀ ਸੀਟਾਂ ਇੱਥੇ ਹੀ ਨੇ। ਤਾਂ 36% ਲੋਕ ਇੱਥੇ ਲਿਬਰਲ ਪਾਰਟੀ ਦੇ ਹੱਕ ਵਿੱਚ ਖੜੇ ਨੇ, ਪਰ ਕੌਮੀ ਪੱਧਰ ਦਾ ਅੰਕੜਾ ਤਾਂ ਜਮਾਂ ਹੀ ਬਿਲਕੁਲ ਨੇੜੇ ਆ ਚੁੱਕਿਆ। ਪਰ ਇੱਥੇ ਵੀ ਕੰਜ਼ਰਵੇਟਿਵ ਪਾਰਟੀ 32.9%, ਤਕਰੀਬਨ 33% ਦੇ ਨਾਲ ਨੇੜੇ ਹੁੰਦੀ ਜਾ ਰਹੀ ਹੈ, ਬਿਲਕੁਲ ਨੇੜੇ ਹੁੰਦੀ ਜਾ ਰਹੀ ਹੈ। ਹਾਲਾਂਕਿ 2019 ਦੀਆਂ ਚੋਣਾਂ ਦੌਰਾਨ ਡਗ ਫੋਰਡ ਦੀਆਂ ਜਿਹੜੀਆਂ ਫਲॉप ਨੀਤੀਆਂ ਸੀ, ਆਪਾਂ ਕਹਿ ਸਕਦੇ ਹਾਂ, ਜਾਂ ਉਹਨਾਂ ਲੋਕਾਂ ਦੇ ਵਿੱਚ ਗੁੱਸਾ ਸੀ, ਉਸ ਦਾ ਅਸਰ ਦੇਖਿਆ ਗਿਆ। ਪਰ ਇਸ ਵਾਰ ਜਿਹੜੇ ਡਗ ਫੋਰਡ ਨੇ ਪੰਚਿੰਗ ਬੈਗ ਨਹੀਂ ਬਣ ਸਕੇ ਜਸਟਿਨ ਟਰੂਡੋ ਦਾ, ਕਿਉਂਕਿ ਪਿਛਲੇ 2019 ਦੀਆਂ ਚੋਣਾਂ ਦੌਰਾਨ ਤਾਂ ਜਸਟਿਨ ਟਰੂਡੋ ਕੋਲ ਜਾਂ ਲਿਬਰਲ ਆਗੂਆਂ ਕੋਲ ਮੌਕਾ ਸੀ ਕਿ ਡਗ ਫੋਰਡ ਨੇ ਆਹ ਨਹੀਂ ਕੀਤਾ, ਡਗ ਫੋਰਡ ਨੇ ਉਹ ਗਲਤ ਕੀਤਾ, ਡਗ ਫੋਰਡ ਦੀਆਂ ਨੀਤੀਆਂ ਫਲॉप ਸਾਬਤ ਹੋਈਆਂ। ਇਹਨਾਂ ਚੀਜ਼ਾਂ ਦੇ ਆਧਾਰ ਤੇ ਵੋਟਾਂ ਮਿਲ ਗਈਆਂ, ਪਰ ਇਸ ਵਾਰ ਗਹਿ-ਗੱਚ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਹੈ, ਖਾਸ ਤੌਰ ਤੇ GTA ਦੀਆਂ ਸੀਟਾਂ ਤੇ। ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਜਿਹੜੀਆਂ ਸੀਟਾਂ ਲਿਬਰਲ ਪਾਰਟੀ ਦਾ ਗੜ ਮੰਨੀਆਂ ਜਾਂਦੀਆਂ ਸੀ, ਜਾਂ ਲਿਬਰਲ ਪਾਰਟੀ ਦੇ ਹੱਕ ਵਿੱਚ 2019 ਚ ਗਈਆਂ ਸੀ, ਉੱਥੇ ਬਹੁਤ ਹੀ ਫਸਵਾਂ ਮੁਕਾਬਲਾ ਹੋਊਗਾ ਔਰ ਨਤੀਜਾ ਕੁਝ ਵੀ ਹੋ ਸਕਦਾ ਹੈ। ਪਹਿਲਾਂ ਹੀ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ ਪੰਜਾਬੀਆਂ ਦੀ ਗਿਣਤੀ ਵੀ ਇਸ ਵਾਰ ਹੈਰਾਨਕੁਨ ਤਰੀਕੇ ਨਾਲ ਘਟੂਗੀ, ਕਿਉਂਕਿ ਕਈ ਥਾਵਾਂ ਤੇ ਈਵਨ ਜੇ ਆਪਾਂ ਇਨਕਲੂਡਿੰਗ ਗਗਨ ਸਿਕੰਦ ਦੀ ਗੱਲ ਕਰ ਲਈਏ, ਮਿਸੀਸਾਗਾ ਸਟ੍ਰੀਟਸਵਿਲ ਤੋਂ, ਉਹ ਹਟ ਚੁੱਕੇ ਨੇ। ਉਹਨਾਂ ਦੀ ਥਾਂ ਤੇ ਰਿਚੀ ਵਾਲਡੇਜ਼ ਨੂੰ ਲਿਆਂਦਾ ਗਿਆ। ਪੰਜਾਬੀ ਉਮੀਦਵਾਰ ਘਟ ਗਿਆ, ਹੈ ਹੀ ਨਹੀਂ ਤਾਂ ਆਊਗਾ ਕਿੱਥੋਂ? ਜਿੱਤ ਹਾਰ ਤਾਂ ਬਾਅਦ ਦੀ ਗੱਲ ਹੈ। ਤੇ ਜਿਹੜੇ ਬਰੈਂਪਟਨ ਸੈਂਟਰ ਤੋਂ ਰਮੇਸ਼ ਸੰਘਾ ਸੀਗੇ, ਉਹਨਾਂ ਦੇ ਜੋ ਵਿਵਾਦ ਪੈਦਾ ਹੋਇਆ ਸੀ, ਉਹਨਾਂ ਨੂੰ ਹਟਾ ਦਿੱਤਾ ਗਿਆ। ਉਸ ਤੋਂ ਬਾਅਦ ਉਹ ਸ਼ਫਕਤ ਅਲੀ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਲਿਬਰਲ ਪਾਰਟੀ ਵੱਲੋਂ। ਜਦੋਂ ਪੰਜਾਬੀ ਉੱਥੇ ਹੈ ਹੀ ਨਹੀਂ ਤਾਂ ਜਿੱਤਣਾ ਕਿੱਥੋਂ ਹੈ? ਜਿੱਤ ਹਾਰ ਤਾਂ ਬਾਅਦ ਦੀ ਗੱਲ ਹੈ। ਸੋ ਪੰਜਾਬੀਆਂ ਦੀ ਗਿਣਤੀ ਵੀ ਕਾਫੀ ਘਟੂਗੀ, ਪਰ ਲਿਬਰਲ ਪਾਰਟੀ ਵਾਸਤੇ ਵੀ ਰਾਹ ਸੌਖਾ ਨਜ਼ਰ ਨਹੀਂ ਆ ਰਿਹਾ। ਆਉਣ ਵਾਲਾ 1 ਮਹੀਨਾ ਜਿਹੜਾ ਕਾਫੀ ਚੁਣੌਤੀਆਂ ਭਰਪੂਰ ਹੋਊਗਾ। ਬਿਲਕੁਲ। ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰ ਲੈਂਦੇ ਆ ਜੀ। ਬ੍ਰਿਟਿਸ਼ ਕੋਲੰਬੀਆ ਜਿਹੜਾ ਇੰਪੋਰਟੈਂਟ ਬੈਟਲ ਗਰਾਊਂਡ ਮੰਨਿਆ ਜਾਂਦਾ ਹੈ ਓਨਟਾਰੀਓ ਤੇ ਕਿਊਬਿਕ ਤੋਂ ਬਾਅਦ, ਇੱਥੇ 31.1% ਲੋਕ ਲਿਬਰਲ ਪਾਰਟੀ ਦੇ ਹੱਕ ਵਿੱਚ ਖੜੇ ਨੇ। ਜਿਹੜਾ ਇਹ ਤਾਜ਼ਾ ਦਾ ਸਿਗਨਲ ਦਾ ਜਿਹੜਾ ਟੋਰਾਂਟੋ ਸਟਾਰ ਵੱਲੋਂ ਪ੍ਰਕਾਸ਼ਿਤ ਵਿਸ਼ਲੇਸ਼ਣ ਕਹਿ ਲਓ, ਐਨਾਲਿਸਿਸ ਕਹਿ ਲਓ, ਜਾਂ ਚੋਣ ਸਰਵੇਖਣ ਕਹਿ ਲਓ, ਔਰ ਕੰਜ਼ਰਵੇਟਿਵ ਪਾਰਟੀ 30.1% ਤੇ ਸਿਰਫ 1% ਦਾ 1% ਦਾ ਫਰਕ ਹੈ। 31.1% ਤੇ 30.1%। 31-30 ਲਾ ਲਈ ਆਪਾਂ, 1% ਉਤੋਂ ਹਟਾ ਦਿੰਦੇ ਆ, 31 ਤੇ 30 ਕੋਈ ਬਹੁਤਾ ਫਰਕ ਨਹੀਂ। ਔਰ ਦੂਜੇ ਪਾਸੇ ਨਿਊ ਡੈਮੋਕ੍ਰੈਟਿਕ ਪਾਰਟੀ 28.4%। ਉਹ ਵੀ ਮਤਲਬ ਜਗਮੀਤ ਸਿੰਘ ਦੀ ਅਗਵਾਈ ਵਾਲੀ ਪਾਰਟੀ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਕਿਉਂਕਿ ਉੱਥੇ ਸਰਕਾਰ ਹੈ ਉਹਨਾਂ ਦੀ। ਜੇ ਆਪ ਫੈਡਰਲ ਐਨਾਲਿਸਿਸ ਤੇ ਜਿਹੜੇ
ਪ੍ਰੋਵਿੰਸ਼ੀਅਲ ਐਨਾਲਿਸਿਸ ਹਾਲਾਂਕਿ ਵੱਖਰੇ ਹੁੰਦੇ ਨੇ ਥੋੜੇ ਜੇ, ਪਰ ਉੱਥੇ ਸਰਕਾਰ ਹੋਣ ਦੇ ਨਾਤੇ ਉਹ ਵੀ 28.4% ਤੇ ਖੜੇ ਨੇ, ਬਿਲਕੁਲ ਨੇੜੇ ਪਿੱਛੇ। ਤੇ ਇਹ ਜਿਹੜੀਆਂ ਸੀਟਾਂ ਨੇ ਬ੍ਰਿਟਿਸ਼ ਕੋਲੰਬੀਆ ਦੀਆਂ, ਕਈ ਉਹ ਗੇਨ ਕਰ ਸਕਦੇ ਨੇ, ਕਿਉਂਕਿ ਇਹ ਹਮੇਸ਼ਾ ਇਹ ਕੈਨੇਡਾ ਦੀ ਸਿਆਸਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਲਿਬਰਲ ਪਾਰਟੀ ਦਾ NDP ਦਾ ਗੇਨ, ਲਿਬਰਲ ਪਾਰਟੀ ਦਾ ਨੁਕਸਾਨ। ਹੁਣ ਇਹ ਕੰਜ਼ਰਵੇਟਿਵ ਪਾਰਟੀ ਦਾ ਫਾਇਦਾ, ਉਹ ਕਿਹਦਾ ਨੁਕਸਾਨ, ਇਹ ਦੇਖਣ ਵਾਲੀ ਗੱਲ ਹੋਊਗੀ, ਕਿਉਂਕਿ ਕੰਜ਼ਰਵੇਟਿਵ ਪਾਰਟੀ ਦਾ ਆਪਣਾ ਗ੍ਰਾਫ ਵੱਧ ਰਿਹਾ ਹੈ। ਉਹਦੇ ਵਿੱਚ ਆਪਣੀਆਂ ਜਿਹੜੀ ਪਰਸੈਂਟੇਜ ਆਫ ਵੋਟਸ ਕਹਿ ਲਓ ਜਾਂ ਮਕਬੂਲੀਅਤ ਦਾ ਆਧਾਰ ਕਹਿ ਲਓ, ਲੋਕ ਆਧਾਰ ਕਹਿ ਲਓ, ਉਹ ਵੱਧ ਰਿਹਾ ਹੈ। ਉਹ ਕਿਸ ਤਰੀਕੇ ਨਾਲ, ਕਿਉਂ ਲੋਕ ਉਸ ਨੂੰ ਐਗਰੀ ਕਰ ਰਹੇ ਨੇ, ਸਹਿਮਤ ਹੋ ਰਹੇ ਨੇ, ਉਹ ਇਸ ਪਿੱਛੇ ਆਪਾਂ ਇੱਕ ਲਾਈਨ ਜ਼ਰੂਰ ਜ਼ਿਕਰ ਕਰਾਂਗੇ। ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਨ ਓਟੂਲ ਦੀਆਂ ਗੱਲਾਂ ਲੋਕਾਂ ਦੇ ਮਨ ਦੇ ਵਿੱਚ ਘਰ ਕਰਨ ਲੱਗੀਆਂ ਨੇ, ਕੁਝ ਗੱਲਾਂ ਲੋਕਾਂ ਨੂੰ ਪਸੰਦ ਆਉਣ ਲੱਗੀਆਂ ਨੇ। ਹਾਲਾਂਕਿ ਐਂਡਰੂ ਸ਼ੀਅਰ ਵੀ ਕੋਈ ਘੱਟ ਕਰਿਸ਼ਮਾਕਾਰੀ ਆਗੂ ਨਹੀਂ ਸੀਗੇ, ਉਹਨਾਂ ਨੇ ਵੀ ਸੀਟਾਂ ਦੀ ਗਿਣਤੀ ਤਾਂ 2015 ਦੇ ਮੁਕਾਬਲੇ ਵਧਾਈ, ਪਰ ਉਹ ਉਨੀ ਕੁ ਨੇੜੇ ਨਹੀਂ ਜਾ ਸਕੇ। ਹੁਣ ਐਰਨ ਓਟੂਲ ਇਸ ਹਾਲਾਤ ਦੇ ਵਿੱਚ ਫਾਇਦਾ ਉਠਾ ਸਕਦੇ ਨੇ ਉਹਨਾਂ ਨਾਰਾਜ਼ ਵੋਟਾਂ ਦਾ, ਜੋ ਇਹ ਕਹਿ ਰਹੇ ਨੇ ਕਿ ਨਹੀਂ, ਇਸ ਮਾਹੌਲ ਦੇ ਵਿੱਚ ਜਿਹੜੀਆਂ ਇਲੈਕਸ਼ਨ ਨਹੀਂ ਹੋਣੀਆਂ ਚਾਹੀਦੀਆਂ ਸੀ। ਤੇ ਪਰ ਜਿਹੜੀਆਂ ਆਪਾਂ ਚੋਣ ਮੈਨੀਫੈਸਟੋ ਦਾ, ਇਲੈਕਸ਼ਨ ਪਲੇਟਫਾਰਮ ਦਾ ਕੱਲ ਜ਼ਿਕਰ ਕੀਤਾ ਸੀ, ਉਸ ਨੂੰ ਲੋਕ ਕਿਵੇਂ ਲੈਂਦੇ ਨੇ, ਕਿਸ ਆਧਾਰ ਤੇ ਲੈਂਦੇ ਨੇ। ਹਾਲਾਂਕਿ ਹਲੇ ਲਿਬਰਲ ਪਾਰਟੀ ਦਾ ਇਲੈਕਸ਼ਨ ਪਲੇਟਫਾਰਮ ਆਉਣਾ ਬਾਕੀ ਹੈ, ਪਰ ਫਿਰ ਵੀ ਇਹ ਜਿਹੜਾ ਹਾਲਾਤ ਨੇ ਉਹ ਕਿੱਧਰ ਨੂੰ ਜਾ ਰਹੇ ਨੇ, ਚੋਣ ਸਰਵੇਖਣ ਕੀ ਕਹਿ ਰਹੇ ਨੇ। ਪਰ ਮੁੱਕਦੀ ਗੱਲ ਇੱਕ ਜ਼ਰੂਰ ਕਹਾਂਗੇ ਕਿ ਕੱਲ ਨੋਵਾ ਸਕੋਸ਼ੀਆ ਸੂਬੇ ਦੇ ਰਿਜ਼ਲਟ ਆਏ ਸੀ, ਬਿਲਕੁਲ ਇਸ ਦੇ ਨਾਲ ਕਨਕਲੂਡ ਕਰਾਂਗੇ। ਉਹਦੇ ਵਿੱਚ ਸਾਰੇ ਚੋਣ ਸਰਵੇਖਣ ਇਹ ਕਹਿ ਰਹੇ ਸੀ ਕਿ ਲਿਬਰਲ ਪਾਰਟੀ ਸਰਕਾਰ ਬਣਾਊਗੀ, ਪਰ ਹੈਰਾਨਕੁਨ ਜਿੱਤ ਹਾਸਲ ਕਰਦਿਆਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਹਾਸਲ ਕੀਤੀ। ਪੂਰਨ ਬਹੁਮਤ 31 ਸੀਟਾਂ ਲੈ ਲੀਆਂ। 55 ਮੈਂਬਰੀ ਵਿਧਾਨ ਸਭਾ ਦੇ ਵਿੱਚ 28 ਸੀਟਾਂ ਜ਼ਰੂਰੀ ਸੀ, 31 ਨੇ ਉਹਨਾਂ ਕੋਲੇ, ਤੇ ਲਿਬਰਲ ਪਾਰਟੀ 17 ਤੇ ਸਿਮਟ ਕੇ ਰਹਿ ਗਈ। ਤੇ ਸਾਰੇ ਚੋਣ ਸਰਵੇਖਣ ਇਹੀ ਕਹਿ ਰਹੇ ਸੀ ਕਿ ਲਿਬਰਲ ਪਾਰਟੀ ਸਰਕਾਰ ਬਣਾਊਗੀ। ਇੱਥੇ ਹੁਣ ਚੋਣ ਸਰਵੇਖਣ ਪਛੜ ਚੁੱਕੇ ਨੇ, ਪਰ ਫੈਸਲਾ ਲੋਕਾਂ ਨੇ ਕਰਨਾ ਹੈ ਆਪਣੀ ਸੂਝ-ਬੂਝ ਨਾਲ ਕਿ ਜਿਹੜਾ ਆਉਣ ਵਾਲੀ ਸਰਕਾਰ ਹੈ, ਦੇਸ਼ ਦਾ ਆਉਣ ਵਾਲਾ ਪ੍ਰਧਾਨ ਮੰਤਰੀ ਹੈ, ਉਹ ਕੌਣ ਹੋਵੇ ਤੇ ਕਿਉਂ ਹੋਵੇ। ਬਿਲਕੁਲ ਜੀ, ਚਲੋ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਜਾਊਗਾ। ਪਰ ਨਾਲ ਦੀ ਨਾਲ ਜਸਟਿਨ ਟਰੂਡੋ ਦੀ ਫਿਰ ਆਪਾਂ ਇੱਕ ਗੱਲ ਹੋਰ ਕਰ ਲੈਂਦੇ ਹਾਂ ਜੀ। ਕੱਲ ਪੱਤਰਕਾਰਾਂ ਨੇ ਜਦੋਂ ਅਫਗਾਨਿਸਤਾਨ ਵਾਲਾ ਮੁੱਦਾ ਛੋਇਆ ਤਾਂ ਉਹਨਾਂ ਨੇ ਬਿਲਕੁਲ, ਕਿਉਂਕਿ ਜਦੋਂ ਇਲੈਕਸ਼ਨ ਹੁੰਦੀ ਹੈ ਅਭਿਜੀਤ ਜੀ, ਵੱਡੇ ਲੀਡਰ ਕਦੇ ਵੀ ਇਹੋ ਜਿਹੇ ਬਿਆਨ ਸਿੱਧੇ ਤੇ ਸਟੀਕ ਨਹੀਂ ਬੋਲਦੇ ਹੁੰਦੇ, ਥੋੜਾ ਜਿਹਾ ਆਸਾ ਪਾਸਾ ਕਰ ਜਾਂਦੇ ਹੁੰਦੇ। ਪਰ ਟਰੂਡੋ ਨੂੰ ਕੱਲ ਪੁੱਛ ਲਿਆ ਵੀ ਤੁਸੀਂ ਤਾਲਿਬਾਨ ਨੂੰ ਕਿਵੇਂ ਦੇਖਦੇ ਹੋ, ਪਰ ਉਹ ਕਹਿੰਦੇ ਨਾ, ਸਾਡੇ ਦਾ ਜਿਹੜੇ ਸੰਵਿਧਾਨ ਦੇ ਵਿੱਚ ਜਾਂ ਸਾਡਾ ਜਿਹੜਾ ਕਾਨੂੰਨ ਕਹਿੰਦਾ ਇਹ ਤਾਲਿਬਾਨ ਇੱਕ ਟੈਰਰਿਸਟ ਜਥੇਬੰਦੀ ਹੈਗੀ, ਔਰ ਅਸੀਂ ਬਿਲਕੁਲ ਇਹਨੂੰ ਕੋਈ ਵੀ ਮਾਨਤਾ ਨਹੀਂ ਦੇਣ ਨੂੰ ਰਾਜੀ, ਨਾ ਹੀ ਅਸੀਂ ਕਦੇ ਦੇਵਾਂਗੇ ਜੀ। ਦੇਖੋ, ਇਹ ਵਿਦੇਸ਼ ਮੰਤਰੀ ਮਾਰਕ ਗਾਰਨੋ ਨੇ ਅਸਲ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਇੱਕ ਇੰਟਰਵਿਊ ਦੌਰਾਨ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਤਾਲਿਬਾਨ ਸਰਕਾਰ ਜੇ ਬਣਦੀ ਹੈ ਤਾਂ ਉਸ ਨੂੰ ਮਾਨਤਾ ਦਿਓਗੇ। ਉਹ ਕਹਿੰਦਾ ਹਲੇ ਜਲਦਬਾਜ਼ੀ ਹੈ ਜੀ, ਹਲੇ ਕੁਝ ਵੀ ਕਹਿਣਾ ਮੁਸ਼ਕਲ ਹੈ। ਮਤਲਬ ਉਹਨਾਂ ਨੇ ਇਹ ਟੋਬੇ 'ਚ ਇੱਟ ਮਾਰੀ ਕਿ ਹੋ ਸਕਦਾ ਅਸੀਂ ਦੇ ਦਈਏ, ਮੰਨ ਲਿਆ ਗਿਆ। ਇਸ ਤੇ ਰੌਲਾ ਪੈ ਗਿਆ ਕਿ ਤੁਸੀਂ ਤਾਲਿਬਾਨ ਨੂੰ ਰੈਕੋਗਨਾਈਜ਼ ਕਰ ਰਹੇ ਹੋ, ਉਸ ਨੂੰ ਮਾਨਤਾ ਦੇ ਰਹੇ ਹੋ। ਫਿਰ ਜਸਟਿਨ ਟਰੂਡੋ ਨੂੰ ਸਾਫ਼ ਤੌਰ ਤੇ ਸਪਸ਼ਟੀਕਰਨ ਇਹਨੂੰ ਕਹਿ ਸਕਦੇ ਹਾਂ, ਇਲੈਕਸ਼ਨ ਦੇ ਮਾਹੌਲ ਦੇ ਵਿੱਚ ਅਜਿਹੇ ਬਿਆਨ ਬਹੁਤ ਮਹਿੰਗੇ ਪੈ ਸਕਦੇ ਨੇ, ਕਿਉਂਕਿ ਚੋਣ ਪ੍ਰਚਾਰ ਦੌਰਾਨ ਦੋ ਹੀ ਮੁੱਦੇ ਨੇ ਇਸ ਵੇਲੇ ਜਿਹੜੇ ਟੌਪ ਤੇ ਚੱਲ ਰਹੇ ਨੇ, ਅਫਗਾਨਿਸਤਾਨ ਤੇ ਵੈਕਸੀਨੇਸ਼ਨ। ਵੈਕਸੀਨੇਸ਼ਨ ਫੈਡਰਲ ਮੁਲਾਜ਼ਮਾਂ ਵਾਸਤੇ ਲਾਜ਼ਮੀ ਕੀਤੀ ਗਈ ਸੀ, ਪਰ ਫੈਡਰਲ ਸਰਕਾਰ ਨੇ ਇੱਥੇ ਵੀ ਪੈਰ ਪਿੱਛੇ ਖਿੱਚ ਲਏ ਨੇ ਕਿ ਹਾਂਜੀ ਅਸੀਂ ਨਹੀਂ, ਲਾਜ਼ਮੀ ਨਹੀਂ ਹੈਗੀ, ਹਾਂ, ਪਰ ਅਸੀਂ ਕਹਾਂਗੇ ਜ਼ਰੂਰ ਕਿ ਵੈਕਸੀਨੇਸ਼ਨ ਜ਼ਰੂਰ ਕਰਵਾਓ, ਟੀਕੇ ਜ਼ਰੂਰ ਲਗਵਾਓ। ਤੇ ਇਸ ਮੁੱਦੇ ਤੇ ਵੈਕਸੀਨੇਸ਼ਨ ਤੇ ਅਫਗਾਨਿਸਤਾਨ, ਇਹਨਾਂ ਦੋਹਾਂ ਮੁੱਦਿਆਂ ਨੂੰ ਲੈ ਕੇ ਜਿੱਥੇ ਵੀ ਜਸਟਿਨ ਟਰੂਡੋ ਜਾਂਦੇ ਨੇ, ਜਗਮੀਤ ਸਿੰਘ ਜਾਂਦੇ ਨੇ, ਐਰਨ ਓਟੂਲ ਜਾਂਦੇ ਨੇ, ਤਾਂ ਲੋਕ ਸਵਾਲ ਉਠਾਉਣੇ ਸ਼ੁਰੂ ਕਰ ਦਿੰਦੇ ਨੇ। ਪੱਤਰਕਾਰਾਂ ਨੇ ਤਾਂ ਕਰਨਾ ਹੀ ਕਰਨਾ, ਜਿਹੜੀ ਉੱਥੇ ਪ੍ਰੈਸ ਬੈਠੀ ਹੈ ਉਹਨਾਂ ਨੇ ਤਾਂ ਚਲੋ ਸਵਾਲ ਕਰਨੇ ਹੀ ਕਰਨੇ। ਲੋਕ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਵੈਕਸੀਨੇਸ਼ਨ ਲਾਜ਼ਮੀ ਕਿਵੇਂ ਕੀਤੀ ਜਾ ਸਕਦੀ ਹੈ, ਸਾਡੇ ਤੇ ਥੋਪੀ ਕਿਵੇਂ ਜਾ ਸਕਦੀ ਹੈ। ਹਾਲਾਂਕਿ ਵੱਖਰੇ ਫੈਸਲੇ ਆ ਰਹੇ ਨੇ। ਓਨਟਾਰੀਓ ਸਰਕਾਰ, ਜੇ ਡਗਫੋਰਡ ਦੀ ਗੱਲ ਕੀਤੀ ਜਾਵੇ, ਓਨਟਾਰੀਓ ਦੇ ਪ੍ਰੀਮੀਅਰ ਨੇ, ਉਹਨਾਂ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ, ਪਾਰਟੀ ਕਾਕਸ ਨੂੰ ਕਹਿਤਾ ਕਿ ਵੀਰਵਾਰ ਤੱਕ ਲਵਾ ਲਓ, ਨਹੀਂ ਤੁਹਾਨੂੰ ਬਾਹਰ ਕਰ ਦਿਆਂਗੇ, ਨਹੀਂ ਤਾਂ ਪਾਰਟੀ ਛੱਡ ਦਿਓ। ਇਸ ਤਰੀਕੇ ਦੀਆਂ ਗੱਲਾਂ। ਹਾਲਾਂਕਿ ਹੈਲਥ ਵਰਕਰਸ ਵਾਸਤੇ ਇਹ ਹੁਕਮ ਨਹੀਂ ਲਾਗੂ ਕੀਤਾ ਗਿਆ। ਹੈਲਥ ਵਰਕਰਸ ਤੇ ਐਜੂਕੇਸ਼ਨਲ ਸਟਾਫ, ਸਕੂਲਾਂ ਦਾ ਸਟਾਫ ਹੈ ਜਿਹੜਾ ਅਧਿਆਪਕ, ਟੀਚਰ, ਜਿਹੜੇ ਵੀ ਉੱਥੇ ਸਟਾਫ ਹੋਰ ਕੰਮ ਕਰਦਾ, ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਨਹੀਂ ਕਿਹਾ ਗਿਆ ਕੋਈ ਪਾਬੰਦ
ਬੰਦ ਨਹੀਂ ਕੀਤਾ ਗਿਆ। ਉਹਨਾਂ ਨੂੰ ਕਿਹਾ ਕਿ ਹਾਂਜੀ ਟੀਕਾ ਲਗਵਾ ਲਓ, ਪਰ ਤੁਸੀਂ ਪਾਬੰਦ ਨਹੀਂ ਹੋ, ਲਾਜ਼ਮੀ ਨਹੀਂ ਹੈਗਾ। ਜੇ ਨਹੀਂ ਲਗਵਾਓਗੇ ਤਾਂ ਤੁਹਾਡੇ ਵਾਸਤੇ ਤੁਹਾਡਾ ਰੋਜ਼ਾਨਾ ਟੈਸਟ ਕੀਤਾ ਜਾਊਗਾ, ਤੇ ਹੋ ਸਕਦਾ ਹੈ ਜਿਹੜੇ ਟੈਸਟ ਦਾ ਖਰਚਾ ਸਰਕਾਰ, ਸੂਬਾ ਸਰਕਾਰ ਉਠਾਉਂਦੀ ਆਈ ਆ ਹੁਣ ਤੱਕ, ਉਹ ਉਹਨਾਂ ਦੇ ਸਿਰ ਤੇ ਪਾ ਦਿੱਤਾ ਜਾਵੇ ਕਿ ਹਾਂਜੀ ਤੁਹਾਡਾ ਟੈਸਟ ਆ, ਤੁਸੀਂ ਕਰਵਾਓ, ਰੋਜ਼ ਅਸੀਂ ਨਹੀਂ ਕਰਵਾ ਸਕਦੇ। ਇਹ ਵੀ ਹੋ ਸਕਦਾ ਹੈ। ਬਿਲਕੁਲ ਜੀ। ਅਗਲੇ ਪਾਸੇ ਅਭਿਜੀਤ ਜੀ ਆਪਾਂ ਜੋ ਬਾਈਡਨ ਸਾਹਿਬ ਦੀ ਗੱਲ ਕਰ ਲੈਂਦੇ ਹਾਂ। ਕੱਲ ਉਹਨਾਂ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇੱਕ ਗੱਲ ਰੱਖੀ ਹੈ ਜੀ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਹੁਣ ਇੱਕ ਨਾ ਉਂਗਲ ਜਿਹੜੀ ਰਾਸ਼ਟਰਪਤੀ ਵਾਲੇ ਪਾਸੇ ਨੂੰ ਸਿੱਧੀ ਹੋ ਗਈ ਸੀਗੀ, ਕਿਉਂਕਿ ਦੱਸਿਆ ਇਹੀ ਜਾ ਰਿਹਾ ਸੀ ਵੀ ਜਿੰਨਾ ਟਾਈਮ ਤਾਂ ਉੱਥੇ ਫੌਜ ਸੀਗੀ, ਕੋਈ ਬਾਹਲੀ ਕੋਈ ਵੱਡਾ ਕੋਈ ਉੱਥੇ ਜਿਹੜੇ ਤਾਲਿਬਾਨੀ ਕੋਈ ਵੱਡੀ ਮਾਰ ਨਹੀਂ ਮਾਰ ਸਕਦੇ ਸੀਗੇ। ਇੱਕ ਸੁਨੇਹਾ ਆਉਂਦਾ, ਉਹ ਫੌਜ ਵਾਪਸ ਬੁਲਾ ਲੈਂਦੇ ਆ, ਪਰ ਨਾਲ ਦੀ ਨਾਲ ਹੀ ਅਗਲਿਆਂ ਨੇ ਪਲਟੀ ਮਾਰ ਕੇ ਤੇ ਜਿਹੜੀ ਪਿੱਠ ਹੈਗੀ ਅਫਗਾਨਿਸਤਾਨ ਦੀ ਲਾਤੀ ਹੈ। ਪੂਰੀ ਦੁਨੀਆ ਕਹਿ ਰਹੀ ਸੀ ਵੀ ਇਹ ਜੋ ਬਾਈਡਨ ਸਾਹਿਬ ਨੇ ਬਹੁਤ ਹੀ ਇੱਕ ਗਲਤ ਫੈਸਲਾ ਕੀਤਾ, ਫੌਜ ਉੱਥੋਂ ਨਹੀਂ ਬੁਲਾਉਣੀ ਚਾਹੀਦੀ ਸੀਗੀ। ਉਸ ਤੋਂ ਬਾਅਦ ਉਹਨਾਂ ਨੂੰ ਸੰਕੇਤ ਮਿਲ ਗਿਆ, ਅਗਲਿਆਂ ਨੇ ਕੰਮ ਤਾਂ ਕਰਕੇ ਕੀਤਾ ਤਾਲਿਬਾਨੀਆਂ ਨੇ। ਹੁਣ ਕੱਲ ਜੋ ਬਾਈਡਨ ਸਾਹਿਬ ਨੇ ਕਹਿਤਾ ਕਿ ਮੈਂ ਕਿੰਨੀਆਂ ਕੁ ਅਮਰੀਕਾ ਦੀਆਂ ਪੀੜ੍ਹੀਆਂ ਅਫਗਾਨਿਸਤਾਨ ਦੇ ਵਿੱਚ ਭੇਜਦਾ ਰਹਿੰਦਾ, ਕਿੰਨੇ ਕੁ ਪੁੱਤਰਾਂ ਨੂੰ ਜਾਂ ਮਾਵਾਂ ਦੀਆਂ ਧੀਆਂ ਨੂੰ ਉੱਥੇ ਭੇਜਦਾ ਰਹਿੰਦਾ। ਕਿਤੇ ਨਾ ਕਿਤੇ ਤਾਂ ਉਹਨਾਂ ਨੇ ਆਪਣੀਆਂ ਲੱਤਾਂ ਤੇ ਖੜੇ ਹੋਣਾ ਹੀ ਸੀਗਾ, ਉਹਨਾਂ ਨੂੰ ਮੁਕਾਬਲਾ ਕਰਨਾ ਪੈਣਾ ਹੀ ਸੀਗਾ। ਉਹ ਜੇ ਉਹਨਾਂ ਨੇ ਨਹੀਂ ਕੀਤਾ, ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂਗਾ। ਮੈਂ ਇਹਦੇ ਤੇ ਬਿਲਕੁਲ ਸਿੱਧਾ ਤੇ ਸਪਸ਼ਟ ਕਹਿਣਾ ਚਾਹੁੰਦਾ ਕਿ ਜੋ ਅਸੀਂ ਬੀਤੇ ਸਮੇਂ ਦੇ ਵਿੱਚ ਜਾਂ ਪਹਿਲਾਂ ਵਾਲਿਆਂ ਨੇ ਜੋ ਗਲਤੀਆਂ ਕੀਤੀਆਂ, ਮੈਂ ਉਹ ਗਲਤੀ ਕਦੇ ਵੀ ਦੁਹਰਾਊਂਗਾ ਨਹੀਂ, ਇਸ ਕਰਕੇ ਮੈਂ ਫੌਜ ਉੱਥੋਂ ਵਾਪਸ ਬੁਲਾ ਲਈ ਸੀ। ਬਿਲਕੁਲ, ਦੇਖੋ ਇਹ ਗੱਲ ਕਲੀਅਰ ਹੈ, ਚਾਹੇ ਅਮਰੀਕਾ ਦਾ ਪਿਛਲੇ ਸਮੇਂ ਦੌਰਾਨ ਕੋਈ ਨੀਤੀ ਜਾਂ ਸਟੈਂਡ ਕੀ ਰਿਹਾ, ਆਪਾਂ ਉਹਦੀ ਡੂੰਘਾਈ ਦੇ ਵਿੱਚ ਨਹੀਂ ਜਾਵਾਂਗੇ। ਸਿੱਧ ਪੱਧਰੀ ਜੀ ਗੱਲ ਇਹ ਹੈ ਕਿ ਇੱਕ ਮੁਲਕ ਦੂਜੇ ਮੁਲਕ ਦੀ ਰਾਖੀ ਕਦੋਂ ਤੱਕ ਕਰੂਗਾ। ਬਿਲਕੁਲ ਇਹ ਗੱਲ ਸਹਿਮਤ ਹੋਣੀ ਬਣਦੀ ਹੈ ਇਸ ਨਾਲ। ਜੇ ਤੁਸੀਂ 2001 ਦੀਆਂ ਜਦੋਂ ਚੱਕ ਲਓ ਰਿਪੋਰਟਸ, ਤਾਂ ਇਹ ਵੀ ਰਿਪੋਰਟਾਂ ਫਿਰ ਆਉਂਦੀਆਂ ਸੀ ਕਿ ਹਾਂਜੀ ਅਮਰੀਕਾ ਨੇ ਆਪਣੀ ਦਾਦਾਗਿਰੀ ਸ਼ੁਰੂ ਕਰ ਦਿੱਤੀ, ਅਮਰੀਕਾ ਨੇ ਅਫਗਾਨਿਸਤਾਨ ਤੇ ਹਮਲਾ ਕਰ ਦਿੱਤਾ, ਕਿਉਂਕਿ ਉਹ ਉਸਾਮਾ ਬਿਨ ਲਾਦੇਨ ਨੂੰ ਭਾਲਦਾ ਸੀ ਕਿ ਉਹ ਕਿੱਥੇ ਹੈਗਾ। ਉਸ ਦੀ ਆੜ ਦੇ ਵਿੱਚ ਹਾਲਾਂਕਿ ਅਮਰੀਕਾ ਨੇ ਕੀਤੀਆਂ ਬਹੁਤ, ਆਪਾਂ ਕਹਾਂਗੇ ਇਹ ਨਹੀਂ ਹੈਗਾ ਕਿ ਆਪਹੁਦਰੀਆਂ ਨਹੀਂ ਕੀਤੀਆਂ, ਪਰ ਕਿੰਨਾ ਕੁ ਚਿਰ ਉਸ ਵੇਲੇ ਪਾਰਟੀ ਹੋਰ ਸੀ, ਇਸ ਵੇਲੇ ਪਾਰਟੀ ਹੋਰ ਆ, ਸੱਤਾ ਦੀ ਫਰਕ ਹੈ। ਉਸ ਵੇਲੇ ਰਿਪਬਲਿਕਨ ਪਾਰਟੀ ਦਾ ਰਾਜ ਸੀ। ਰਿਪਬਲਿਕਨ ਪਾਰਟੀ ਦੀਆਂ ਆਪਣੀਆਂ ਨੀਤੀਆਂ ਨੇ ਇਸ ਮਾਮਲੇ ਦੇ ਵਿੱਚ, ਡੈਮੋਕ੍ਰੈਟਿਕ ਪਾਰਟੀ ਦੀਆਂ ਆਪਣੀਆਂ ਨੀਤੀਆਂ ਨੇ, ਜਿਹੜੀਆਂ ਕੌਮੀ ਨੀਤੀਆਂ ਨੇ ਉਹ ਵੱਖਰੀਆਂ ਨੇ, ਜਿਨ੍ਹਾਂ ਦੇ ਵਿੱਚ ਦੋਵੇਂ ਪਾਰਟੀਆਂ ਨੂੰ ਸਹਿਮਤ ਹੋਣਾ ਪੈਂਦਾ। ਤੇ ਇਸ ਜੇ ਜੋ ਬਾਈਡਨ ਕਹਿ ਰਹੇ ਨੇ, ਇੱਕ ਸਿੱਧੇ ਤੌਰ ਤੇ ਜੇ ਆਪਾਂ ਇੱਕ ਦੇਖਿਆ ਜਾਵੇ ਤਾਂ ਇਹ ਬਿਲਕੁਲ ਸਹੀ ਹੈ ਕਿ ਇੱਕ ਕਿਸੇ ਆਪਣੇ ਗੁਆਂਢੀ ਦੀ ਕਹਿ ਲਓ, ਚਲੋ ਗੁਆਂਢੀ ਤਾਂ ਨਹੀਂ ਹੈਗੇ ਦੋਵੇਂ ਮੁਲਕ, ਤਾਂ ਇੱਕ ਬੰਦਾ ਇੱਕ ਕਿਸੇ ਘਰ ਦੀ ਰਾਖੀ ਕਿੰਨੀ ਕੁ ਦੇਰ ਕਰ ਸਕਦਾ, ਉਹ ਉਸ ਘਰ ਦੇ ਮੈਂਬਰਾਂ ਨੂੰ ਇਸ ਦੇ ਸਮਰੱਥ ਜ਼ਰੂਰ ਬਣਾ ਸਕਦਾ ਟ੍ਰੇਨਿੰਗ ਦੇ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਕਿ ਭਾਈ ਤੁਸੀਂ ਜਿਹੜੇ ਆਪਣੇ ਦੁਸ਼ਮਣਾਂ ਦੇ ਨਾਲ ਆਪ ਨਜਿੱਠਣਾ, ਅਸੀਂ ਕਿੰਨੀ ਕੁ ਦੇਰ ਤੁਹਾਡੇ ਸਰਾਣੇ ਖੜੇ ਰਹਾਂਗੇ। ਬਿਲਕੁਲ ਇਹ ਸਹੀ ਗੱਲ ਹੈ, ਕਿਉਂਕਿ ਦਾਅਵੇ ਇਸ ਮਾਮਲੇ ਦੇ ਵਿੱਚ ਕਈ ਝੂਠੇ ਸਾਬਤ ਹੋ ਰਹੇ ਨੇ ਕਿ ਜੀ 3 ਲੱਖ ਦੀ ਫੌਜ ਖੜੀ ਕੀਤੀ ਗਈ, ਉਹਨਾਂ ਨੂੰ ਇੰਨੇ ਹਥਿਆਰ ਦਿੱਤੇ ਗਏ, ਉਹ ਹੁਣ ਦਾਅਵੇ ਥੋਥੇ ਸਾਬਤ ਹੋ ਰਹੇ ਨੇ। ਇਹ ਅਮਰੀਕਾ ਦੇ ਦਾਅਵੇ ਕੀਤੇ ਜਾਂ ਕਿਸ ਤਰੀਕੇ ਨਾਲ ਵੀ ਕਰਵਾਏ ਗਏ, ਉਹ ਬਿਲਕੁਲ ਥੋਥੇ ਨੇ ਕਿ 3 ਲੱਖ ਦੀ ਕੋਈ ਫੌਜ ਨਹੀਂ ਸੀ। ਜੇ ਅਫਗਾਨਿਸਤਾਨ ਕੋਲ 3 ਲੱਖ ਦੀ ਫੌਜ ਹੁੰਦੀ, ਉਹਨਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਹੁੰਦੇ, ਤਾਂ ਇਸ ਤਰੀਕੇ ਨਾਲ ਤਾਲਿਬਾਨ ਈਜ਼ੀਲੀ, ਬਿਲਕੁਲ ਕੋਈ ਬਹੁਤਾ ਖੂਨ ਖਰਾਬਾ ਤਾਂ ਕਰਨਾ ਹੀ ਨਹੀਂ ਪਿਆ, ਮੋਟਰਸਾਈਕਲਾਂ ਤੇ ਚੜ੍ਹ ਕੇ ਉਹਨਾਂ ਨੇ ਇੱਕ ਮੁਲਕ ਤੇ ਕਬਜ਼ਾ ਕਰ ਲਿਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੋਟਰਸਾਈਕਲ ਤੇ ਚੜ੍ਹ ਕੇ ਆਈਆਂ ਸਾਹਮਣੇ ਤਾਂ ਤੇ ਮੋਟਰਸਾਈਕਲ ਤੇ ਚੜ੍ਹ ਕੇ ਜਿਹੜੀ ਇੱਕ ਧਿਰ ਕਬਜ਼ਾ ਕਰ ਰਹੀ ਹੈ, ਇਟ ਮੀਨਸ ਉਹਨੂੰ ਕੋਈ ਟੱਕਰ ਦੇਣ ਵਾਲਾ ਹੈ ਹੀ ਨਹੀਂ। ਤੇ 3 ਲੱਖ ਦੀ ਫੌਜ ਕਿੱਥੇ ਗਈ? ਜੇ ਹਥਿਆਰ ਸੱਟ ਵੀ ਦਿੰਦੇ ਨੇ, ਇਹ ਤਾਂ ਨਹੀਂ ਵੀ ਸਾਰਿਆਂ ਦੀ ਜ਼ਮੀਰ ਮਰ ਗਈ। 3 ਲੱਖ ਦੇ ਵਿੱਚੋਂ 1.5 ਲੱਖ ਤਾਂ ਮਾੜੀ ਮੋਟੀ ਜਾਗਦੀ ਜ਼ਮੀਰ ਵਾਲੇ ਹੋਣਗੇ, ਕੋਈ ਮੁਕਾਬਲਾ ਹੋਊਗਾ ਕਿਤੇ। ਇੱਥੇ ਤਾਂ ਕਾਬਲ ਤੋਂ ਬਗੈਰ ਤਾਂ ਕਿਤੇ ਮੁਕਾਬਲਾ ਚੱਜ ਨਾਲ ਦੇਖਿਆ ਹੀ ਨਹੀਂ ਹੈਗਾ, ਕਿਤੇ ਹੋਇਆ ਹੀ ਨਹੀਂ ਹੈਗਾ। ਸਿੱਧੀ ਬਸ ਉਹਨਾਂ ਨੇ ਆਪਣਾ ਚੱਕਿਆ ਬੋਰੀ ਬਿਸਤਰਾ ਤੇ ਕਾਬਲ ਦੀਆਂ ਬਰੂਹਾਂ ਤੇ ਜਾ ਪਹੁੰਚੇ। ਬਿਲਕੁਲ ਜੀ। ਅਗਲੇ ਪਾਸੇ ਵਜੀਦ ਜੀ, ਹੁਣ ਆਪਾਂ ਅਫਗਾਨਿਸਤਾਨ ਦੀ ਇੱਕ ਗੱਲ ਕਰ ਲੈਂਦੇ ਹਾਂ। ਤਾਲਿਬਾਨ ਦੀ ਕਰਨੀ ਬਣਦੀ ਹੈ, ਅਫਗਾਨਿਸਤਾਨ ਦਾ ਚਲੋ ਹੁਣ ਨਾਮ ਜਿਹੜਾ ਹੈਗਾ ਸੀ ਉਹ ਆਪਾਂ ਨੂੰ ਪਤਾ ਹੀ ਹੈ ਜੀ। ਗੱਲ ਇਹ ਹੈ ਵੀ ਅਫਗਾਨਿਸਤਾਨ ਦੇ ਵਿੱਚ ਵੀ ਕੋਈ ਬਾਹਲੇ ਆਪਾਂ ਕਹਿੰਦੇ ਹਾਂ ਲੋਕਾਂ ਦੇ ਵਿੱਚ ਸਿਆਣਪ ਹੈ ਨਹੀਂ ਸੀ, ਜਾਂ ਜਿੱਥੇ ਕਹਿ ਜੀ ਵੀ ਐਜੂਕੇਸ਼ਨ ਜਿੰਨਾ ਟਾਈਮ ਕੋਈ ਵੀ ਬੰਦਿਆਂ ਕੋਲੇ ਨਹੀਂ ਆਉਂਦੀ, ਉਹਨਾਂ ਚਿਕਰ ਉਹਨਾਂ ਦੀ ਤੀਜੀ ਅੱਖ ਨਹੀਂ ਖੁੱਲਦੀ ਗੀ। ਹੁਣ ਜਦੋਂ ਦੀਆਂ ਤਸਵੀਰਾਂ ਵੀਡੀਓ ਇੱਕ ਆਉਣੀਆਂ ਸ਼ੁਰੂ ਹੋ ਗਈਆਂ ਅਭਿਜੀਤ ਜੀ, ਤਾਲਿਬਾਨੀ ਆ ਜਾਂਦੇ, ਜਾਂ ਤਾਂ ਉਹ ਜਿਹੜੀ ਜਿੰਮ 'ਚ ਵੜ ਜਾਂਦੇ ਆ, ਨਾ ਤਾਂ ਉਹਨਾਂ ਨੇ ਲੱਗਦਾ ਕੋਈ ਉਹ ਚੀਜ਼ਾਂ ਹੀ ਵੇਖੀਆਂ, ਆਓ ਐਵੇਂ ਰੱਸੀਆਂ ਜੀਆਂ ਖਿੱਚੀ ਫਿਰਦੇ ਆ। ਉਦੋਂ ਬਾਅਦ ਫਿਰ ਉਹ ਜਿਹੜੇ ਜਵਾਕ ਜਿਹਨਾਂ ਤੇ ਬਹਿ ਕੇ ਕਾਰਾਂ ਜੀਆਂ ਦਵਲਦੇ ਆ, ਉਹ 60 ਸਾਲ ਦੇ ਉਹਨਾਂ ਦੇ ਉੱਤੇ ਬੈਠੇ। ਐਂ ਲੱਗਦਾ ਕਿ ਜਦੋਂ ਕੋਈ ਵੀ ਇਹੋ ਜਿਹੇ ਬੰਦੇ ਨੂੰ ਵਿਚਾਰੇ ਨੂੰ ਕਦੇ ਕੁਝ ਦੇਖਿਆ ਨਹੀਂ ਹੁੰਦਾ, ਤੇ ਉਹਨੂੰ ਮੌਲ ਦੇ ਵਿੱਚ ਵਾੜ ਦਗੇ ਤੇ ਉਹਨੂੰ ਪਤਾ ਹੀ ਨਹੀਂ ਹੁੰਦਾ ਕਿਹੜੀ ਚੀਜ਼ ਨੂੰ ਕਿਵੇਂ ਫੜਨਾ ਤੇ ਕਿਵੇਂ ਵਰਤਣਾ। ਇਹ ਕੁਛ ਕੁ ਉਹਨਾਂ ਦੇ ਅਨਪੜ੍ਹਤਾ ਦੀਆਂ ਚੀਜ਼ਾਂ ਤਾਂ ਸਾਹਮਣੇ ਆਉਂਦੀਆਂ ਹੀ ਆ।
ਅਗਲੇ ਪਾਸੇ ਜਿਹੜੀ ਹੁਣ ਆਪਾਂ ਗੱਲ ਉਜੀਤ ਜੀ ਕਰਨ ਲੱਗੇ ਹਾਂ ਇਹ ਹੈ ਕਿ ਤਾਲਿਬਾਨੀ ਕਹਿੰਦੇ ਸੀਗੇ ਕਿ ਸਾਡੇ ਤੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ, ਅਫਗਾਨਿਸਤਾਨ ਦੇ ਵਿੱਚ ਆ ਗਏ ਆ, ਸਰਕਾਰ ਅਸੀਂ ਆਪਦੀ ਬਣਾਵਾਂਗੇ, ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ, ਕੰਮ ਤੇ ਵਾਪਸ ਭਰਤ ਆਓ। ਤੇ ਨਾਲ ਦੀ ਨਾਲ ਹੀ ਜਿਹੜੀਆਂ ਔਰਤਾਂ ਹੈਗੀਆਂ ਉਹਨਾਂ ਨੂੰ ਬਿਲਕੁਲ ਵਧੀਆ ਤਰੀਕੇ ਨਾਲ ਅਧਿਕਾਰ ਦੇਵਾਂਗੇ, ਉਹਨਾਂ ਨੂੰ ਬਰਾਬਰ ਅਸੀਂ ਲੈ ਕੇ ਆਵਾਂਗੇ। ਆਉਣ ਸਾਰੀ ਜਿਹੜੀ ਆਰੀ ਚਲਾਉਣੀ ਸ਼ੁਰੂ ਕਰਤੀ ਹੈ ਇੱਕ ਨਿਊਜ਼ ਚੈਨਲ ਦੀ, ਸਰਕਾਰੀ ਨਿਊਜ਼ ਚੈਨਲ, ਅਫਗਾਨਿਸਤਾਨ ਦੀ ਸਰਕਾਰੀ ਨਿਊਜ਼ ਚੈਨਲ ਦੀ ਐਂਕਰ ਹੈ, ਨਾਮ ਉਹਨਾਂ ਦਾ ਹੈਗਾ ਜੀ ਖਜੀਦਾ ਅਮੀਨਾ। ਤਸਵੀਰਾਂ ਵੀ ਆਪਾਂ ਦਿਖਾ ਦਿੰਦੇ ਆ। ਸਭ ਤੋਂ ਪਹਿਲਾਂ ਤਾਂ ਉਹਨੂੰ ਕਹਿਤਾ ਤਾਲਿਬਾਨੀਆਂ ਨੇ ਕਿ ਬੀਬੀ ਤੂੰ ਇਹ ਖਬਰਾਂ ਪੜ੍ਹ ਨਹੀਂ ਸਕਦੀਗੀ, ਜਿਹੜੇ ਸਾਡੇ ਕਾਨੂੰਨ ਲਾਅ ਹੈਗਾ ਉਹਦੇ ਵਿੱਚ ਔਰਤਾਂ ਨੂੰ ਇਹ ਕੰਮ ਨਹੀਂ ਕਰਨਾ ਪੈਂਦਾ। ਇਹ ਸਰਕਾਰੀ ਨਿਊਜ਼ ਚੈਨਲ ਦੀ ਐਂਕਰ ਨੂੰ ਨਾਲ ਦੀ ਨਾਲ ਜਦੋਂ ਇਹ ਕਾਨੂੰਨ ਤੋਂ ਉਪਜੀਤ ਉਹਨਾਂ ਨੇ ਕਹਿਤਾ ਤੇ ਨਾਲ ਦੀ ਨਾਲ ਇਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਇਹ ਐਂਕਰ ਕੀ ਕਹਿ ਰਹੀ ਹੈ ਖਜੀਦਾ ਅਮੀਨਾ, ਉਹ ਕਹਿੰਦੀ ਮੈਂ 20 ਸਾਲ ਤੋਂ ਨੌਕਰੀ ਜਿਹੜੀ ਕਰ ਰਹੀ ਸੀਗੀ, ਜੋ ਵੀ 20 ਸਾਲ ਤੋਂ ਮਾਫ ਕਰਨਾ, ਜੋ ਵੀ ਮੈਂ ਕਮਾਇਆ ਸਾਰਾ ਕੁਝ ਮੇਰਾ ਕਿੰਨੇ ਕੁ ਦਿਨ ਹੋਰ ਚੱਲੂਗਾ, ਕਿੰਨੇ ਕੁ ਸਾਲ ਹੋਰ ਚੱਲੂਗਾ, ਉਹ ਹੌਲੀ 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 ਖਤਮ ਹੋ ਜਾਊਗਾ। ਮੇਰੀ ਅਗਲੀ ਪੀੜ੍ਹੀ ਵਾਸਤੇ ਕੀ ਕੀਤਾ ਹੈਗਾ, ਕੋਈ ਕੀ ਰੋਜ਼ਗਾਰ ਹੈਗਾ ਜਾਂ ਇਹਦੇ ਪਾਸੇ ਕੋਈ ਧਿਆਨ ਦੇ ਰਿਹਾ? ਪਰ ਨਹੀਂ। ਉਹ ਕਹਿੰਦੀ ਤਾਲਿਬਾਨੀ ਤਾਂ ਤਾਲਿਬਾਨੀ ਹੈ, ਇਹਨਾਂ ਨੇ ਜੋ ਕਰਨਾ ਆਉਂਦੇ ਸਾਰੀ ਇਹਨਾਂ ਨੇ ਸ਼ੁਰੂ ਕਰਤਾ। ਹੁਣ ਦੂਜੇ ਪਾਸੇ ਉਹ ਕਹਿ ਰਿਹਾ ਕਿ ਅਸੀਂ ਨਾ 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 ਮਤਭੇਦ ਤਾਂ ਅਸੀਂ ਕੋਈ ਕਰਨਾ ਹੀ ਨਹੀਂ ਔਰਤਾਂ ਦੇ ਨਾਲ। ਤੇ ਸਭ ਤੋਂ ਪਹਿਲਾਂ ਉਹਨਾਂ ਨੇ ਟੋਕਾ ਚਲਾਤਾ ਆਉਣ ਸਾਰੀ ਇਸ ਕੁੜੀ ਦੇ ਉੱਪਰ। ਕਿਵੇਂ ਦੇਖਦੇ ਹੋ ਜੀ? ਦੇਖੋ ਇਹ ਤਾਂ ਕੋਈ ਐਕਸਪੈਕਟੇਸ਼ਨਸ ਬਿਲਕੁਲ ਸਾਰੇ ਭੁਲਾ ਦੇਣ ਕਿ ਜਿਹੜੇ ਹੁਣ ਬਿਆਨ ਦਾਗੇ ਗਏ ਨੇ ਕਿ ਜੀ ਅਸੀਂ ਔਰਤਾਂ ਨੂੰ ਸਰਕਾਰ ਦਾ ਹਿੱਸਾ ਬਣਾਵਾਂਗੇ, ਔਰਤਾਂ ਦੇ ਹੱਕ ਬਰਾਬਰ ਰੱਖੇ ਜਾਣਗੇ, ਉਹ ਤਾਂ ਮਤਲਬ ਵੈਸੇ ਹੀ ਆਪਾਂ ਸਿਰਫ ਫੋਕੀ ਬਿਆਨਬਾਜ਼ੀ ਹੈ। ਹੋਣਾ ਉਸੇ ਤਰੀਕੇ ਨਾਲ ਹੀ ਹੈ ਜੋ 20 ਸਾਲ ਪਹਿਲਾਂ ਹੁੰਦਾ ਸੀ ਜਦੋਂ ਤਾਲਿਬਾਨ ਦੀ ਸਰਕਾਰ ਪਹਿਲਾਂ ਹੁੰਦੀ ਸੀ। ਇਹ ਹੈ ਵੀ ਉਹਦੇ ਵਿੱਚ ਮਾੜਾ ਮੋਟਾ ਇਹ ਹੋ ਸਕਦਾ ਕਿ ਹਾਂਜੀ ਕੋਰੜੇ ਮਾਰ ਕੇ ਔਰਤਾਂ ਤੇ ਜ਼ੁਲਮ ਕਰਨ ਵਾਲੀਆਂ ਘਟਨਾਵਾਂ ਸ਼ਾਇਦ ਨਾ ਹੋਣ, ਪਰ ਤਕਰੀਬਨ ਔਰਤਾਂ ਨੂੰ ਉਨੀਆਂ ਕੁ ਬੰਦਿਸ਼ਾਂ ਹੀ ਸਹਿਣੀਆਂ ਪੈਣੀਆਂ ਨੇ, ਬਰਦਾਸ਼ਤ ਕਰਨੀਆਂ ਪੈਣੀਆਂ ਨੇ। ਕਾਲਜ ਯੂਨੀਵਰਸਿਟੀਜ਼ ਪਹਿਲਾਂ ਹੀ ਬੰਦ ਪਈਆਂ ਨੇ, ਬਾਹਰ ਨਿਕਲਣਾ ਬੰਦ ਹੈ, ਸਾਰਾ ਕੁਝ ਉਸੇ ਤਰੀਕੇ ਨਾਲ ਹੀ ਲਾਗੂ ਹੋਊਗਾ। ਇਹ ਤਾਲਿਬਾਨ ਤੋਂ ਜੇ ਕੋਈ ਉਮੀਦ ਕਰਦਾ ਹੈ ਇਸ ਮਾਮਲੇ ਦੇ ਵਿੱਚ ਤਾਂ ਬਿਲਕੁਲ ਨਹੀਂ ਹੋਊਗੀ, ਕਿਉਂਕਿ ਉਹ ਆਪਣੀ ਜੋ ਕਲਚਰ ਹੈ, ਜੋ ਧਰਮ ਹੈ, ਇਸਲਾਮਿਕ ਜਿਹੜੀ ਸ਼ਰੀਆ ਹੈ ਉਸ ਮੁਤਾਬਕ ਹੀ ਅੱਗੇ ਵੱਧ ਰਹੇ ਨੇ ਤੇ ਉਹਦੇ ਵਿੱਚ ਔਰਤਾਂ ਨੂੰ ਇਸ ਤਰੀਕੇ ਦੇ ਨਾਲ ਵਿਚਰਨ ਦੀ ਬਿਲਕੁਲ ਇਜਾਜ਼ਤ ਨਹੀਂ ਹੈਗੀ ਉਹਨਾਂ ਮੁਤਾਬਕ। ਹਾਲਾਂਕਿ ਆਪਾਂ ਇਹਦੇ ਬਾਰੇ ਡਿਟੇਲ ਨਹੀਂ ਜਾਣਦੇ ਕਿਉਂਕਿ ਆਪਾਂ ਇਸ ਸ਼ਰੀਆ ਕਾਨੂੰਨ ਨੂੰ ਡੂੰਘਾਈ ਨਾਲ ਨਾ ਤਾਂ ਪੜ੍ਹਿਆ ਹੈ ਨਾ ਹੀ ਇਹਦੇ ਬਾਰੇ ਆਪਾਂ ਜਾਣਦੇ ਹਾਂ, ਪਰ ਜੋ ਉਹਨਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਬਿਲਕੁਲ ਨਕਾਬ ਤੋਂ ਬਗੈਰ ਤਾਂ ਬਾਹਰ ਨਿਕਲ ਹੀ ਨਹੀਂ ਸਕਦੀਆਂ। ਸੋ ਇਸ ਕਰਕੇ ਕੋਈ ਪੜ੍ਹਾਈ ਵੀ ਨਹੀਂ ਕਰ ਸਕਦੀਆਂ ਸਕੂਲਾਂ ਕਾਲਜਾਂ ਜਾ ਕੇ। ਬਿਲਕੁਲ ਉਹ ਤਾਂ ਕਰ ਹੀ ਦਿੱਤਾ ਜੀ ਬੰਦ। ਉਹ ਤਾਂ ਹੁਣ ਜਿਹੜੇ ਪਿਛਲੇ 20 ਸਾਲ ਦੌਰਾਨ ਸਕੂਲ ਕਾਲਜ ਖੁੱਲੇ ਸੀ ਜਾਂ ਯੂਨੀਵਰਸਿਟੀਆਂ ਖੁੱਲੀਆਂ ਸੀ ਉਹ ਵੀ ਹੁਣ ਬਸ ਖੰਡਰ ਬਣ ਜਾਣੀਆਂ ਨੇ। ਤੇ ਜੇ ਐਜੂਕੇਸ਼ਨ ਹੀ ਨਾ ਹੋਈ ਤਾਂ ਬਜੀਤ ਜੀ ਕਿਵੇਂ ਇਹ ਆਪਣਾ ਗੱਲਬਾਤ ਅੱਗੇ ਤੋਰਨਗੇ? ਐਜੂਕੇਸ਼ਨ ਤਾਂ ਦੇਣਗੇ ਪਰ ਇਸਲਾਮਿਕ ਕਾਨੂੰਨ ਮੁਤਾਬਕ ਸਿਰਫ ਮੁੰਡਿਆਂ ਨੂੰ, ਕੁੜੀਆਂ ਨਹੀਂ ਉਹਦੇ ਵਿੱਚ ਸ਼ਾਮਲ। ਹਾਂ, ਕੁੜੀਆਂ ਨੂੰ ਨਹੀਂ ਹੋਣਗੀਆਂ। ਉਹ ਮਦਰਸਿਆਂ ਦੇ ਵਿੱਚ ਜਿਹੜੀ ਤਾਲਿਬਾਨ ਵੱਲੋਂ ਚਲਾਏ ਜਾ ਰਹੇ ਨੇ, ਜਿਵੇਂ ਕਿ ਆਪਾਂ ਦੱਸਿਆ ਸੀ ਤਾਲਿਬਾਨ ਦਾ ਮਤਲਬ ਹੁੰਦਾ ਵਿਦਿਆਰਥੀ। ਪਸ਼ਤੋ ਭਾਸ਼ਾ ਦੇ ਵਿੱਚ ਮਤਲਬ ਇਹਦਾ ਵਿਦਿਆਰਥੀ ਹੈ। ਹੁਣ ਆਪਾਂ ਇਹਨੂੰ ਅੱਗੇ ਜੋ ਮਰਜ਼ੀ ਲੈ ਲਈਏ ਤਾਂ ਉਹ ਵਿਦਿਆਰਥੀ ਮਦਰਸਿਆਂ ਦੇ ਵਿੱਚੋਂ ਨਿਕਲ ਕੇ ਜਿਹੜੇ ਆਉਣਗੇ ਉਹ ਤਾਲਿਬਾਨ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣਗੇ ਤੇ ਉਹੀ ਹੁਣ ਜਿਹੜਾ ਚਲਾਇਆ ਜਾਣਾ ਕਿ ਹਾਂ ਮੁੰਡਿਆਂ ਨੂੰ ਜਿਹੜੀ ਤਾਲੀਮ ਹੈ, ਸਿੱਖਿਆ ਦਿੱਤੀ ਜਾਊਗੀ ਤੇ ਕੁੜੀਆਂ ਵਿਚਾਰੀਆਂ ਘਰ ਬੈਠਣੀਆਂ, ਘਰ ਦਾ ਕੰਮਕਾਜ ਸੰਭਾਲਣਗੀਆਂ। ਜਾਂ ਫਿਰ ਜਿਹੜਾ ਜ਼ੁਲਮ ਤਾਂ ਜਿਹੜੇ ਸਮੇਂ ਤੇ ਜਿਵੇਂ ਕਿ ਆਪਾਂ ਹੁਣ ਜ਼ਿਕਰ ਕਰਨ ਲੱਗੇ ਹਾਂ ਕਿ ਇੱਕ 100 ਰੁਪਏ ਦੇ ਵਿੱਚ ਬੋਲੀ ਲਾਈ ਗਈ ਕੁੜੀਆਂ ਦੀ ਜੀ, ਇਹ ਵੀ ਇਸ ਤਰੀਕੇ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ। ਪਰ ਇਹ ਬਿਲਕੁਲ ਸੱਚ ਨਹੀਂ ਹੈ, ਫੇਕ ਨਿਊਜ਼ ਹੈ, ਕਿਉਂਕਿ ਕੁਝ ਲੋਕ ਪੁਰਾਣੀਆਂ ਵੀਡੀਓਜ਼ ਚੱਕ ਕੇ 7-8 ਸਾਲ ਪੁਰਾਣੀਆਂ ਉਹਨਾਂ ਦੀ ਖੱਟੀ ਖਾਣਾ ਚਾਹੁੰਦੇ ਨੇ ਕਿ ਦੇਖੋ ਜੀ ਅਫਗਾਨਿਸਤਾਨ ਦੇ ਵਿੱਚ 100 ਰੁਪਏ 'ਚ ਕੁੜੀਆਂ ਵੇਚੀਆਂ ਜਾ ਰਹੀਆਂ ਨੇ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਇਸ ਵੇਲੇ ਵਾਇਰਲ ਹੋ ਰਹੀ ਹੈ, ਉਹਦੇ ਵਿੱਚ ਦਿਖਾਇਆ ਗਿਆ ਕਿ ਔਰਤਾਂ ਹਿਜਾਬ ਪਹਿਨਿਆ ਹੋਇਆ ਔਰਤਾਂ ਨੇ ਤੇ ਉਹਨਾਂ ਦੀ ਬੋਲੀ ਲਾਈ ਜਾ ਰਹੀ ਹੈ ਸ਼ਰੇਆਮ ਚੌਂਕ ਦੇ ਵਿੱਚ। ਕਿਹਾ ਜਾ ਰਿਹਾ 100 ਰੁਪਏ ਦੇ ਵਿੱਚ ਇਹ ਫਿਰ ਥੱਲੇ ਦਾਅਵਾ ਕੀਤਾ ਗਿਆ, ਜਿਹੜੀਆਂ ਟੈਗ ਕੀਤਾ ਗਿਆ ਉਹਦੇ ਵਿੱਚ ਲਿਖਿਆ ਗਿਆ ਕਿ ਤਾਲਿਬਾਨ ਵਾਲੇ 100 ਰੁਪਏ ਦੇ ਵਿੱਚ ਔਰਤਾਂ ਦੀ ਨਿਲਾਮੀ ਕਰ ਰਹੇ ਨੇ। ਇਹ ਇੰਨਾ ਕੌੜਾ ਸੱਚ ਹੈ। ਆਪਾਂ ਤਾਲਿਬਾਨ ਦੀ ਕੋਈ ਹਮਾਇਤ ਤਾਂ ਨਹੀਂ ਕਰ ਰਹੇ, ਪਰ ਇਸ ਵੀਡੀਓ ਦਾ ਸੱਚ ਜ਼ਰੂਰ ਦੱਸਣਾ ਲਾਜ਼ਮੀ ਹੈ ਕਿਉਂਕਿ ਇਹ ਵੀਡੀਓ ਹੈ ਇੱਕ ਨੁੱਕੜ ਨਾਟਕ ਦਾ ਜਿਹੜਾ 14 ਅਕਤੂਬਰ 2014 ਨੂੰ ਖੇਡਿਆ ਗਿਆ ਸੀ ਤੇ ਅੱਗੇ ਇਸ ਨੂੰ ਬਾਅਦ ਦੇ ਵਿੱਚ ਵੈਬਸਾਈਟ ਤੇ ਇੱਕ ਪਬਲਿਸ਼ ਕੀਤਾ ਗਿਆ ਜੀ।
ਔਰ ਇਹ ਲੰਡਨ ਦੇ ਵਿੱਚ ਖੇਡਿਆ ਗਿਆ ਸੀ। ਇਹ ਜਿਹੜਾ ਸੀਗਾ ਅਸਲ ਦੇ ਵਿੱਚ ਸੀਰੀਆ ਤੇ ਇਰਾਕ ਦੇ ਵਿੱਚ ਇਸਲਾਮਿਕ ਸਟੇਟ ਵੱਲੋਂ ਜਿਹੜਾ ਔਰਤਾਂ ਨਾਲ ਵਿਹਾਰ ਕੀਤਾ ਜਾ ਰਿਹਾ ਉਹਦੇ ਨਾਲ ਸੰਬੰਧਿਤ ਸੀ। ਤੇ ਕੁਰਦ ਲੋਕ ਜਿਹੜੀਆਂ ਕੁਰਦ ਲੋਕ ਸੀਗੇ ਉੱਥੇ, ਜਿਨ੍ਹਾਂ ਤੇ ਇੱਕ ਆਪਾਂ ਕਹਾਂਗੇ ਬਰਾਦਰੀ ਹੈਗੀ ਇਰਾਕ ਦੇ ਵਿੱਚ, ਕੁਰਦ ਬਰਾਦਰੀ ਦੇ ਲੋਕਾਂ ਨੇ ਇਹ ਜਿਹੜਾ ਨਾਟਕ ਖੇਡਿਆ ਸੀ, ਲੰਡਨ ਦਾ ਨਾਟਕ। ਤੇ ਉਸ ਨੂੰ ਹੁਣ ਜਿਹੜੀ 7-8 ਸਾਲ ਪੁਰਾਣੀ ਵੀਡੀਓ ਹੈ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਲਿਬਾਨ ਦੇ ਵਿੱਚ ਔਰਤਾਂ ਦੀ ਨਿਲਾਮੀ ਸ਼ੁਰੂ ਹੋ ਚੁੱਕੀ ਹੈ। ਕੋਈ ਵੀ ਜਾ ਕੇ 100-100 ਰੁਪਏ ਦੇ ਵਿੱਚ ਔਰਤਾਂ ਖਰੀਦ ਸਕਦਾ, ਪਰ ਇਹ ਬਿਲਕੁਲ ਫੇਕ ਹੈ, ਬਿਲਕੁਲ ਹੀ ਜਾਲੀ ਹੈ, ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਬਿਲਕੁਲ। ਅਗਲੇ ਪਾਸੇ ਆਪਾਂ ਹੁਣ ਭਾਰਤ 'ਚ ਆ ਜਾਈਏ ਜੀ। ਭਾਰਤ ਦੇ ਵਿੱਚ ਆ ਕੇ ਤੇ ਹਰਿਆਣੇ 'ਚ ਵੜ ਗਏ। ਹਰਿਆਣੇ ਤੋਂ ਅੱਗੇ ਫਿਰ ਸਨਾਜੀਆ ਜੇਲ੍ਹ ਚੱਲਦੇ ਆ ਜੀ। ਉੱਥੇ ਇੱਕ ਬੰਦਾ ਅਭਿਜੀਤ ਜੀ ਬੈਠਾ ਹੈ, ਸਜ਼ਾ ਕੱਟ ਰਿਹਾ, ਪਰ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦਾ ਅਭਿਜੀਤ ਜੀ ਅਗਸਤ ਫੇਰ ਆ ਗਈ ਹੈ। ਅਗਸਤ ਦਾ ਮੈਂ ਤਾਂ ਕਰਕੇ ਜ਼ਿਕਰ ਕਰ ਰਿਹਾ ਕਿ ਉਦੋਂ ਪਹਿਲਾਂ ਵੀ ਜੋ ਸਜ਼ਾ ਹੋਈ ਸੀਗੀ, ਪੇਸ਼ੀ ਪਈ ਸੀ, ਪਤਾ ਨਹੀਂ ਕੋਈ ਕਹਿੰਦਾ ਸੀ 800 ਗੱਡੀਆਂ ਦਾ ਕਾਫਲਾ ਸਰਚ ਚੋਂ ਨਿਕਲਿਆ, ਚਲੋ 800 ਛੱਡੋ ਪਰੇ, 400 ਹੋਣਗੀਆਂ, 300 ਨਹੀਂ ਤਾਂ 200 ਤਾਂ ਹੋਣਗੀਆਂ ਹੀ। ਤੇ ਉਦੋਂ ਬਾਅਦ ਜੀ ਜਦੋਂ ਪੰਚਕੁਲਾ ਪਹੁੰਚੇ ਸੀ, ਉਮੀਦ ਤਾਂ ਉਹਨਾਂ ਨੂੰ ਇਹ ਸੀ ਵੀ ਆਉਂਦੀ ਚਾਹ ਜਿਹੜੀ ਸਰਸੇ ਪੀਵਾਂਗੇ, ਪਰ ਉੱਥੇ ਗੱਲ ਉਦੋਂ ਬਾਅਦ ਕੀ ਬਣ ਗਈ। ਹੁਣ ਦੁਬਾਰੇ ਅਗਸਤ ਆ ਗਈ ਹੈ ਜੀ, ਤੇ ਮਾਣਯੋਗ ਅਦਾਲਤ ਨੇ ਫੇਰ ਇੱਕ ਕੇਸ ਜਿਹੜਾ ਹੈਗਾ ਚੱਲ ਹੀ ਰਿਹਾ ਸੀਗਾ ਜੀ, ਰਣਜੀਤ ਸਿੰਘ ਕਤਲ ਕੇਸ ਦੇ ਵਿੱਚ 24 ਅਗਸਤ ਤੱਕ ਆਪਣਾ ਜਿਹੜਾ ਫੈਸਲਾ ਉਹ ਰਾਖਵਾਂ ਰੱਖ ਲਿਆ। ਉਮੀਦ ਹੈ ਕਿ 24 ਅਗਸਤ ਨੂੰ ਕੋਈ ਫੈਸਲਾ ਅਦਾਲਤ ਸੁਣਾ ਸਕਦੀ ਹੈ। ਇਹਦੇ ਵਿੱਚ ਖਾਸ ਤੌਰ ਤੇ 2 ਚਸ਼ਮਦੀਦ ਹੈ ਜਿਹੜੇ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਆ। ਇੱਕ ਨੇ ਤਾਂ ਕਿਹਾ ਸੀ ਕਿ ਮੇਰੇ ਸਾਹਮਣੇ ਰਣਜੀਤ ਸਿੰਘ ਉਹ ਬੰਦਾ ਸੀਗਾ, ਤਸਵੀਰਾਂ ਵੀ ਆਪਾਂ ਦਿਖਾ ਦਿੰਨੇ ਆ ਜੀ, ਜਿਹੜਾ ਅਭਿਜੀਤ ਜੀ ਡੇਰੇ ਦਾ ਮੈਨੇਜਰ ਸੀਗਾ, ਔਰ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ ਜੀ। ਕਤਲ ਕੀਤਾ ਸੀ 10 ਜੁਲਾਈ 2002 ਦੇ ਵਿੱਚ। ਇਹ ਡੇਰਾ ਮੁਖੀ ਇਹਦੇ ਵਿੱਚ ਜਿਹੜਾ ਰਾਮ ਰਹੀਮ ਆ ਉਹ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਜੀ। ਗੱਲ ਹੋਈ ਕੀ ਸੀ, 2 ਜਿਹੜੇ ਆਪਾਂ ਚਸ਼ਮਦੀਦਾਂ ਦੀ ਗੱਲ ਕਰ ਰਹੇ ਆ ਜਿਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਆ। ਇੱਕ ਕਹਿੰਦਾ ਮੇਰੇ ਸਾਹਮਣੇ ਫਾਇਰਿੰਗ ਹੋਈ ਸੀ, ਤੇ ਦੂਜਾ ਜਿਹੜਾ ਚਸ਼ਮਦੀਦ ਹੈਗਾ ਉਹ ਸੀ ਗੁਰਮੀਤ ਰਾਮ ਰਹੀਮ ਦਾ ਡਰਾਈਵਰ ਖੱਟਾ ਸਿੰਘ। ਉਹ ਕਹਿੰਦਾ ਜੀ ਮੈਂ ਬਿਲਕੁਲ ਮੇਰੇ ਸਾਹਮਣੇ ਉਹਨੂੰ ਰਣਜੀਤ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਜਿਹੜੀ ਹੈਗੀ ਆ ਉਹ ਘੜੀ ਗਈ ਸੀਗੀ। ਗੁਰਮੀਤ ਰਾਮ ਰਹੀਮ ਡੇਰਾ ਮੁਖੀ ਸੀ। ਇਹ ਖੱਟਾ ਸਿੰਘ ਹੈ ਜੀ ਜਿਨ੍ਹਾਂ ਨੇ ਪੱਗ ਵਾਲੀ ਤਸਵੀਰ ਖੱਟਾ ਸਿੰਘ ਦੀ ਹੈ ਜੀ। ਤੇ ਦੂਜਾ ਹੈਗਾ ਜੀ ਰਣਜੀਤ ਸਿੰਘ ਜੋ ਉਸ ਟਾਈਮ ਡੇਰੇ ਦਾ ਮੈਨੇਜਰ ਸੀਗਾ। ਇਹਦਾ ਕਤਲ ਕਰ ਦਿੱਤਾ ਗਿਆ ਸੀਗਾ ਜੀ 10 ਜੁਲਾਈ 2002 ਦੇ ਵਿੱਚ। ਹੁਣ ਮਾਣਯੋਗ ਅਦਾਲਤ 24 ਅਗਸਤ ਨੂੰ ਕੋਈ ਫੈਸਲਾ ਦੇ ਸਕਦੀ ਹੈ। ਫੈਸਲੇ ਦੇ ਵਿੱਚ ਅਭਿਜੀਤ ਜੀ ਕੋਈ ਨਰਮੀ ਵਰਤੀ ਜਾ ਸਕਦੀ ਹੈ ਜਾਂ ਕੀ ਹੋ ਸਕਦਾ, ਉਹ ਤੁਸੀਂ ਸਮਝਾ ਦਿਓ। ਬਿਲਕੁਲ, ਦੇਖੋ ਅਦਾਲਤੀ ਫੈਸਲੇ ਬਾਰੇ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਜੀ, ਪਰ ਜਿਹੜੇ ਖੱਟਾ ਸਿੰਘ ਦੇ ਬਿਆਨ ਨੇ ਉਹ ਕਾਫੀ ਇਸ ਮਾਮਲੇ ਦੇ ਵਿੱਚ ਅਹਿਮੀਅਤ ਰੱਖਦੇ ਨੇ। ਉਸਨੇ ਸ਼ਰੇਆਮ ਖੱਟਾ ਸਿੰਘ ਨੇ ਕਿਹਾ ਕਿ ਮੇਰੇ ਸਾਹਮਣੇ ਜਿਹੜਾ ਖੱਟਾ ਸਿੰਘ ਦਾ ਬਿਆਨ ਇਹੀ ਕਹਿੰਦਾ ਕਿ ਮੇਰੇ ਸਾਹਮਣੇ ਬਲਾਤਕਾਰੀ ਸਾਧ ਨੇ ਰਣਜੀਤ ਸਿੰਘ ਨੂੰ ਮਾਰਨ ਦੇ ਹੁਕਮ ਦਿੱਤੇ ਸੀ, ਮੈਂ ਡਰਾਈਵਰ ਸੀ ਕਹਿੰਦਾ। ਹਾਂ, ਤੇ ਉਹ ਆਪਾਂ ਡੇਰੇ ਦਾ ਪੈਰੋਕਾਰ ਹੀ ਕਹਿ ਲਓ, ਚਾਹੇ ਇੱਕ ਡੇਰੇ ਦੇ ਪੈਰੋਕਾਰ ਦੇ ਰੂਪ ਵਿੱਚ ਕਹਿ ਲਓ, ਉਸ ਵੇਲੇ ਮੌਜੂਦ ਸੀ। ਕਿਉਂਕਿ ਰਣਜੀਤ ਸਿੰਘ ਉਹੀ ਸ਼ਖਸ ਸੀ ਜਿਸ ਨੇ ਆਪਣੀ ਭੈਣ ਤੋਂ ਚਿੱਠੀ ਲਿਖਵਾ ਕੇ ਉਹ ਵੱਖ-ਵੱਖ ਮੀਡੀਆ ਅਦਾਰਿਆਂ ਨੂੰ, ਪ੍ਰਧਾਨ ਮੰਤਰੀ ਦਫ਼ਤਰ ਨੂੰ ਜਾਂ ਹੋਰ ਜਿਹੜੇ ਆਪਾਂ ਉਸ ਵੇਲੇ ਦੇ ਸਰਕਾਰੀ ਦਰਬਾਰੇ ਭੇਜੀਆਂ ਸੀ ਚਿੱਠੀਆਂ, ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਸੀ ਕਿ ਕਿਸ ਤਰੀਕੇ ਨਾਲ ਉੱਥੇ ਮਹਿਲਾ ਜਿਹੜੀਆਂ ਡੇਰੇ ਦੇ ਵਿੱਚ ਪੈਰੋਕਾਰ ਨੇ ਉਹਨਾਂ ਨਾਲ ਸਲੂਕ ਕੀਤਾ ਜਾਂਦਾ ਹੈ। ਸਾਰਿਆਂ ਨੇ ਉਹ ਚਿੱਠੀ ਪੜ੍ਹੀ ਹੋਣੀ ਹੈਗੀ, ਬਿਲਕੁਲ ਉਹ ਕਈ ਅਖਬਾਰਾਂ ਨੇ ਵੀ ਪ੍ਰਕਾਸ਼ਿਤ ਕੀਤੀ ਸੀ ਪ੍ਰਮੁਖਤਾ ਦੇ ਨਾਲ। ਉਸ ਤੋਂ ਬਾਅਦ ਹੀ ਇਸ ਦਾ ਜਿਹੜਾ ਕੱਚਾ ਚਿੱਠਾ ਫਰੋਲਿਆ ਗਿਆ ਬਲਾਤਕਾਰੀ ਸਾਧ ਦਾ, ਉਸ ਤੋਂ ਬਾਅਦ ਹੀ ਕੇਸ ਸਾਹਮਣੇ ਆਇਆ। ਉਹ ਬੀਬੀਆਂ ਜਿਹੜੀਆਂ 2 ਜਿਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਬਲਾਤਕਾਰ ਦੇ ਮਾਮਲੇ ਦੇ ਵਿੱਚ ਪਹਿਲੀ ਸਜ਼ਾ ਹੋਈ, ਉਹਨਾਂ ਨੂੰ ਸਲੂਟ ਹੈ ਕਿ ਉਹ ਡਰੀਆਂ ਨਹੀਂ, ਘਬਰਾਈਆਂ ਨਹੀਂ। ਬਹੁਤ ਉਹਨਾਂ ਨੂੰ ਧਮਕੀਆਂ ਮਿਲੀਆਂ, ਮਾਰ ਦਿਆਂਗੇ, ਆਹ ਕਰ ਦਿਆਂਗੇ, ਤੁਹਾਡੇ ਘਰ-ਬਾਰ ਤੂੰ ਕੁਛ ਨਹੀਂ ਛੱਡਣਾ, ਪਰ ਉਹਨਾਂ ਨੇ ਬਿਲਕੁਲ ਉਹ ਡੋਲੀਆਂ ਨਹੀਂ। ਜੋ ਉਹਨਾਂ ਨਾਲ ਜ਼ੁਲਮ ਹੋਇਆ ਸੀ ਉਸ ਨੂੰ ਅਦਾਲਤ ਦੇ ਵਿੱਚ ਇੰਨ-ਬਿੰਨ ਬਿਆਨ ਕੀਤਾ ਤੇ ਉਹਦੇ ਆਧਾਰ ਤੇ ਪਹਿਲੀ ਸਜ਼ਾ ਹੋਈ ਸੀ 17 ਦੇ ਵਿੱਚ, ਅਗਸਤ ਜਿਹਨੂੰ ਕਹਿ ਸਕਦੇ ਆਪਾਂ। ਉਹੀ ਆਖਰੀ ਦਿਨ ਸੀ ਅਗਸਤ ਦੇ। ਹੁਣ ਵੀ ਉਹੀ ਆਪਾਂ ਆਖਰੀ ਹਫ਼ਤੇ ਵੱਲ ਵਧਣਾ ਸ਼ੁਰੂ ਹੋ ਗਏ ਆ। 24 ਅਗਸਤ ਨੂੰ ਹੁਣ ਬਲਾਤਕਾਰੀ ਸਾਧ ਨੂੰ ਸੱਦਿਆ ਗਿਆ ਨਿੱਜੀ ਤੌਰ ਤੇ ਪੇਸ਼ੀ ਵਾਸਤੇ। ਅੱਛਾ, ਨਿੱਜੀ ਤੌਰ ਤੇ ਹੋ ਗਿਆ ਕਿ ਵੀਡੀਓ ਕਾਨਫਰੰਸਿੰਗ ਨਹੀਂ ਹੋਗੀ। ਜਿਹੜੀ ਕੱਲ ਪੇਸ਼ੀ ਹੋਈ ਆ ਭਾਰਤੀ ਸਮੇਂ ਮੁਤਾਬਕ, ਉਹ ਪੇਸ਼ੀ ਕੱਲ ਵੀ ਹੋਈ ਸੀ, ਪਰ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਸੀ। ਬਾਕੀ 3-4 ਜਿਹੜੇ ਮੁਲਜ਼ਮ ਨੇ ਇਸ ਮਾਮਲੇ ਦੇ ਵਿੱਚ ਉਹ ਅਦਾਲਤ ਦੇ ਵਿੱਚ ਹਾਜ਼ਰ ਸੀ। ਇਹਦਾ ਮਤਲਬ ਜਦੋਂ ਸਜ਼ਾ ਹੋਣੀ ਹੁੰਦੀ ਉਦੋਂ ਫਿਰ ਬੰਦੇ ਨੂੰ ਹਾਜ਼ਰ ਹੋਣਾ ਪੈਂਦਾ। ਦੇਖੋ, ਆਪਾਂ ਇਹ ਨਹੀਂ ਕਹਿ ਸਕਦੇ, ਇਹ ਅਦਾਲਤ ਦਾ ਫੈਸਲਾ ਹੋਊਗਾ, ਆਪਾਂ ਕੋਈ ਟਿੱਪਣੀ ਨਹੀਂ ਕਰਾਂਗੇ ਇਸ ਮੁੱਦੇ ਤੇ। ਸਜ਼ਾ ਹੋਊਗੀ ਜਾਂ ਨਹੀਂ ਹੋਊਗੀ, ਅਦਾਲਤ ਦਾ ਕੀ ਫੈਸਲਾ ਹੋਊਗਾ। ਪਰ
ਉਸ ਨੂੰ ਨਿੱਜੀ ਤੌਰ ਤੇ ਸੱਦਿਆ ਗਿਆ ਤਾਂ ਨੈਚੁਰਲ ਹੈ ਕਿ ਅਦਾਲਤ ਆਪਣਾ ਫੈਸਲਾ ਸੁਣਾਉਣ ਜਾ ਰਹੀ ਹੈ। ਉਹ ਕੀ ਹੋਊਗਾ ਆਪਾਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਾਂਗੇ, ਪਰ ਜਿਹੜੇ ਹਾਲਾਤ ਨੇ, ਜਿਹੜੇ ਸਬੂਤ ਨੇ, ਜੋ ਖੱਟਾ ਸਿੰਘ ਦੀ ਗਵਾਹੀ ਹੈ ਇਸ ਮਾਮਲੇ ਦੇ ਵਿੱਚ, ਉਹ ਕਾਫੀ ਕੁਝ ਕਹਿ ਰਹੀ ਹੈ ਆਪਣੇ ਆਪ ਦੇ ਵਿੱਚ। ਕਿਸੇ ਨੂੰ ਦੱਸਣ ਸਮਝਣ ਦੀ ਲੋੜ ਨਹੀਂ ਹੈ, ਬਿਲਕੁਲ ਕਲੀਅਰ ਕੱਟ ਨਜ਼ਰ ਆ ਰਿਹਾ ਹੈ ਕਿ ਜਦੋਂ ਮੌਕੇ ਦਾ ਗਵਾਹ ਸਾਹਮਣੇ ਖੜਾ ਹੈ ਕਿ ਮੇਰੇ ਸਾਹਮਣੇ ਆ ਗੱਲ ਕੀਤੀ ਗਈ, ਪਰ ਉਹ ਰਣਜੀਤ ਸਿੰਘ ਦਾ ਜਿਹੜਾ ਕਤਲ ਹੋਇਆ ਉਹ ਜਿਸ ਆਧਾਰ ਤੇ ਹੋਇਆ, ਖੱਟਾ ਸਿੰਘ ਨੇ ਉਹ ਵੀ ਬਿਆਨ ਕੀਤਾ ਹੈ ਕਿ ਉਹ ਜਿਹੜੀਆਂ ਚਿੱਠੀਆਂ ਸੀ, ਜਿਹੜੀਆਂ ਚਿੱਠੀਆਂ ਨੇ ਕੱਚੇ ਚਿੱਠੇ ਫਰੋਲੇ ਸੌਦਾ ਸਾਧ ਦੇ, ਬਲਾਤਕਾਰੀ ਸਾਧ ਦੇ, ਉਹਨਾਂ ਕਰਕੇ ਹੀ ਰਣਜੀਤ ਸਿੰਘ ਨੂੰ ਮਰਵਾਇਆ ਗਿਆ। ਤੇ ਹੁਣ ਦੇਖੋ 24 ਅਗਸਤ ਨੂੰ ਹੋ ਸਕਦਾ ਫੈਸਲਾ ਆ ਜੇ, ਕੋਈ ਜ਼ਰੂਰੀ ਵੀ ਨਹੀਂ, ਕੋਈ ਅਦਾਲਤ ਆਪਣੀ ਜਿਹੜੇ ਕੰਮਕਾਜ ਦੇ ਜੋ ਵੀ ਉਸ ਵੇਲੇ ਹੋਊਗਾ ਉਸ ਮੁਤਾਬਕ ਅੱਗੇ ਵੀ ਪਾ ਸਕਦੀ ਹੈ, ਰਾਖਵਾਂ ਵੀ ਰੱਖ ਸਕਦੀ ਹੈ, ਜਾਂ ਉਸੇ ਦਿਨ ਵੀ ਫੈਸਲਾ ਸੁਣਾਇਆ ਜਾ ਸਕਦਾ ਬਿਲਕੁਲ। ਪਰ ਤਰੀਕ ਬਿਲਕੁਲ ਉਹੀ ਨੇੜੇ ਤੇੜੇ ਹੋਊਗੀ ਜਦੋਂ ਪੰਚਕੂਲਾ ਦੇ ਵਿੱਚ ਹਰ ਪਾਸੇ ਸਾੜ ਫੂਕ ਹੋ ਰਹੀ ਸੀ, ਗੱਡੀਆਂ ਸਾੜੀਆਂ ਜਾ ਰਹੀਆਂ ਸੀ, ਲੋਕਾਂ ਤੇ ਹਮਲੇ ਕੀਤੇ ਜਾ ਰਹੇ ਸੀ, ਤੇ ਉਹੀ ਬਿਲਕੁਲ 1-2 ਦਿਨ ਦਾ ਫਰਕ ਸਿਰਫ, ਮਾਹੌਲ ਉਸੇ ਤਰ੍ਹਾਂ ਦਾ ਚਲੋ ਇਸ ਵਾਰ ਨਹੀਂ ਹੋਊਗਾ, ਪਰ ਦਿਨ ਬਿਲਕੁਲ ਉਹੀ ਨੇ। ਹਾਲਾਂਕਿ ਰਾਮਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ਦੇ ਵਿੱਚ ਉਮਰ ਕੈਦ ਹੋ ਚੁੱਕੀ ਹੈ, ਪਰ ਜੇ ਇਸ ਮਾਮਲੇ ਦੇ ਵਿੱਚ ਵੀ ਸਜ਼ਾ ਹੁੰਦੀ ਹੈ ਤਾਂ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਉਸ ਦੀ ਜਿਹੜੀ ਜੇਲ੍ਹ ਵਿੱਚ ਰਹਿਣ ਦੀ ਜੋ ਸਮਾਂ ਉਸ ਦੇ ਵਿੱਚ ਹੋਰ ਵਾਧਾ ਹੋਵੇਗਾ। ਬਿਲਕੁਲ ਜੀ, ਕਿਉਂਕਿ ਟਾਈਮ ਉਹੀ ਹੈ, ਮਹੀਨਾ ਉਹੀ ਹੈ, ਤੇ ਦਿਨ ਵੀ ਉਹੀ ਚੱਲ ਰਹੇ ਆ ਉਪਜੀਤ ਜੀ, ਕਿਉਂਕਿ ਇਹ ਜਿਹੜੇ ਕੇਸ ਹੈਗੇ ਆ ਲੜੀਦਾਰ ਲੜੀ ਜਾਂ ਕੜੀਦਾਰ ਕੜੀ ਇੱਕ ਦੇ ਨਾਲ ਜੁੜੇ ਹੋਏ ਆ। ਗੱਲ ਕਿੱਥੋਂ ਸ਼ੁਰੂ ਹੋਈ ਆ? ਉਸ ਆਦਮੀਆਂ ਤੋਂ ਸ਼ੁਰੂ ਹੋਈ ਆ, ਉਦੋਂ ਬਾਅਦ ਜਿਹੜਾ ਇੱਕ ਪੱਤਰਕਾਰ ਦਾ ਮਰਡਰ ਹੋਇਆ, ਫਿਰ ਰਣਜੀਤ ਸਿੰਘ ਦਾ ਕਤਲ ਕੇਸ ਆ ਗਿਆ, ਕਿਉਂਕਿ ਇੱਕ ਦੇ ਨਾਲ ਇੱਕ ਜੁੜੇ ਆ। ਜੇ ਪਹਿਲੇ ਕੇਸ ਦੇ ਵਿੱਚ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਤਾਂ ਫਿਰ ਜੇ ਉਦੋਂ ਬਾਅਦ ਹੁਣ ਜੇ ਮਾਣਯੋਗ ਅਦਾਲਤ ਨੇ ਇਹ ਕਹਿਤਾ ਵੀ ਉਸ ਦਿਨ ਹਾਜ਼ਰ ਹੋਣਾ ਪਊਗਾ, ਤੇ ਫਿਰ ਇਹ ਬਹੁਤ ਕੁਛ ਉਪਜੀਤ ਜੀ ਸੋਚਣ ਤੇ ਖਬਰ ਮਜਬੂਰ ਕਰਦੀ ਹੈ ਵੀ ਹੋ ਸਕਦਾ ਹੈ ਕਿ ਜਿਹੜਾ ਕੇਸ ਹੈ ਹੁਣ ਬਿਲਕੁਲ ਆਖਰੀ ਪੜਾਅ ਦੇ ਵਿੱਚ ਹੈਗਾ ਜੀ। ਅਗਲੇ ਪਾਸੇ ਨੂੰ ਆਪਾਂ ਚੱਲ ਗਏ ਉਪਜੀਤ ਜੀ, ਆਪਾਂ ਹੁਣ ਇੱਕ ਕਲਯੁਗੀ ਪੁੱਤ ਦੀ ਗੱਲ ਵੀ ਸਾਂਝੀ ਕਰ ਦਿੰਦੇ ਆ। ਜਦੋਂ ਕਲਯੁਗੀ ਪੁੱਤ ਦਾ ਵੈਸੇ ਤਾਂ ਨਾਮ ਆਉਂਦਾ ਹੈ, ਆ ਬੰਦੇ ਨੂੰ ਇਹ ਸੋਚ ਲੱਗ ਪੈਂਦੀ ਹੈ ਵੀ ਹੋ ਸਕਦਾ ਕੁਝ ਉਹ ਹੈ ਇਹੋ ਜਿਹਾ ਕਰਤਾ ਹੋਣਾ ਉਹਨੇ, ਕਿਉਂਕਿ ਸਰਵਣ ਅੱਜ ਕੱਲ੍ਹ ਕਲਯੁਗ ਦੇ ਵਿੱਚ ਤਾਂ ਹਰੇਕ ਤੋਂ ਬਣਿਆ ਨਹੀਂ ਜਾਂਦਾ ਤੇ ਨਾ ਹੀ ਵਾਲੇ ਲੱਭਦੇ ਆ। ਸਮਝਾਓ ਜੀ ਕੀ ਗੱਲ ਹੈ ਜੀ ਫਿਰ। ਬਿਲਕੁਲ, ਉਹ ਆਪਾਂ ਅਕਸਰ ਸੋਸ਼ਲ ਮੀਡੀਆ ਤੇ ਟਿੱਪਣੀਆਂ ਪੜ੍ਹਦੇ ਹਾਂ ਕਿ ਇੱਕ ਮਾਂ ਤਾਂ ਭਾਂਡੇ ਮਾਂਜ ਕੇ 5-4 ਜਵਾਕਾਂ ਨੂੰ ਪਾਲ ਲੈਂਦੀ ਹੈ, ਪਰ 5-4 ਜਵਾਕਾਂ ਤੋਂ ਜਾਂ 5-4 ਮੁੰਡਿਆਂ ਤੋਂ ਇੱਕ ਬਜ਼ੁਰਗ ਮਾਂ ਨਹੀਂ ਪਾਲੀ ਜਾਂਦੀ। ਉਸੇ ਨਾਲ ਸੰਬੰਧਿਤ ਇਹ ਖਬਰ ਹੈ, ਪਰ ਇਹ ਕਲਯੁਗ ਦੇ ਸਰਵਣ ਪੁੱਤ ਦੀ ਖਬਰ ਹੈ। ਸਰਵਣ ਪੁੱਤ ਨੇ ਆਪਣੀ ਮਾਂ ਦੀ ਇੱਛਾ ਕਿਵੇਂ ਪੂਰੀ ਕੀਤੀ ਜੀ? ਇਹ ਹੈਗੀ ਹੈ ਮਹਾਰਾਸ਼ਟਰ ਦੇ ਥਾਣੇ ਇਲਾਕੇ ਦੇ ਉਲਹਾਸ ਨਗਰ ਦੀ ਜੀ। ਇੱਕ ਪਰਿਵਾਰ ਚੰਗੀ ਤਰ੍ਹਾਂ ਹੱਸਦਾ ਵਸਦਾ, ਬਹੁਤ ਵਧੀਆ 3 ਬੱਚੇ ਨੇ ਉਸ ਦੇ ਵਿੱਚ, ਪਰ ਅਚਾਨਕ ਉਸ ਦੇ ਪਰਿਵਾਰ ਦੇ ਮੁਖੀ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ, ਗਰੀਬੀ ਘੇਰ ਲੈਂਦੀ ਆ ਕੇ ਅਚਾਨਕ। ਤਾਂ ਇਸ ਔਰਤ ਨੇ, ਜਿਹੜੀ ਆਪਾਂ ਦੇਖ ਰਹੇ ਹਾਂ, ਇਸ ਔਰਤ ਨੇ ਘਰਾਂ ਦੇ ਵਿੱਚ ਭਾਂਡੇ ਮਾਂਜ ਕੇ ਆਪਣੀਆਂ 3 ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਔਰ ਉਹਨਾਂ ਨੂੰ ਇਸ ਕਾਬਲ ਬਣਾਇਆ ਕਿ ਉਸ ਦੀਆਂ ਇੱਛਾਵਾਂ ਪੂਰੀਆਂ ਕਰ ਸਕਣ। ਇੱਕ ਵਾਰੀ ਕਿਸੇ ਦੇ ਘਰੇ ਇਸ ਲੇਡੀ ਨੇ ਦੱਸਿਆ, ਇਸ ਦੇ ਵੱਡੇ ਬੇਟੇ ਨੇ, ਪ੍ਰਦੀਪ ਨੇ, ਜਿਸ ਨੇ ਇਹਦੀ ਇੱਛਾ ਪੂਰੀ ਕੀਤੀ, ਕਿ ਇੱਕ ਵਾਰੀ ਆਪਣੀ ਮਾਂ ਨਾਲ ਗਿਆ ਸੀ, ਉਹ ਕਿਸੇ ਦੇ ਘਰੇ ਭਾਂਡੇ ਮਾਂਜ ਰਹੀ ਸੀ, ਕੋਲੇ ਖੜਾ ਸੀ ਉਹ, ਤਾਂ ਉੱਪਰੋਂ ਹੈਲੀਕਾਪਟਰ ਲੰਘਿਆ ਤੇ ਮਾਂ ਨੇ ਕਿਹਾ ਵੀ ਸ਼ਾਇਦ ਰੱਬ ਕਿਤੇ ਮੇਰੀ ਵੀ ਇੱਛਾ ਪੂਰੀ ਕਰੇ, ਮੈਂ ਵੀ ਇਸ ਉਡਨ ਖਟੋਲੇ ਦੇ ਵਿੱਚ ਬਹਿ ਸਕਾਂ, ਹੈਲੀਕਾਪਟਰ ਦੇ ਵਿੱਚ ਬਹਿ ਸਕਾਂ, ਇਸ ਦੇ ਵਿੱਚ ਸੈਰ ਕਰ ਸਕਾਂ। ਇਹ ਜਿਹੜੀ ਗੱਲ ਹੈ ਉਸ ਬੱਚੇ ਦੇ ਦਿਮਾਗ ਦੇ ਅੰਦਰ ਘਰ ਕਰ ਗਈ। ਤੇ ਹੁਣ ਜਦੋਂ ਉਹ ਇੱਕ ਵੱਡੀ ਕੰਸਟਰਕਸ਼ਨ ਕੰਪਨੀ ਦੇ ਵਿੱਚ ਉੱਚ ਅਹੁਦੇ ਤੇ ਪਹੁੰਚਿਆ ਤਾਂ ਉਸਨੇ ਸਭ ਤੋਂ ਪਹਿਲਾ ਫੈਸਲਾ ਇਹੀ ਕੀਤਾ ਕਿ ਮੈਂ ਆਪਣੀ ਮਾਂ ਦੀ ਉਹ ਇੱਛਾ ਪੂਰੀ ਕਰਨੀ ਹੈ ਉਡਨ ਖਟੋਲੇ ਦੇ ਵਿੱਚ ਬੈਠਣ ਦੀ, ਹੈਲੀਕਾਪਟਰ ਦੇ ਵਿੱਚ ਬੈਠਣ ਦੀ, ਕਿਉਂਕਿ ਉਹ ਉਸੇ ਹੈਲੀਕਾਪਟਰ ਤੇ ਬਹਿ ਕੇ ਆਪਣੇ ਘਰ ਦੇ ਉੱਪਰ ਗੇੜੇ ਲਾਉਣਾ ਚਾਹੁੰਦੀ ਸੀ। ਹੈਲੀਕਾਪਟਰ ਦੇ ਉੱਪਰ ਆਪਾਂ ਕਹਿ ਸਕਦੇ ਹਾਂ ਹਵਾਈ ਸਫ਼ਰ ਦਾ ਲੁਤਫ ਲੈਣਾ ਚਾਹੁੰਦੀ ਸੀ ਕਿ ਜੋ ਮੈਂ ਉਸ ਦਿਨ ਸੋਚਿਆ ਸੀ, ਦੇਖਿਆ ਸੀ, ਉਹ ਅੱਜ ਸੱਚ ਕਰ ਸਕਾਂ। ਤੇ ਉਸ ਪ੍ਰਦੀਪ ਨੇ ਫਿਰ ਬਹੁਤੀ ਦੇਰ ਨਹੀਂ ਲਾਈ, ਬਿਲਕੁਲ ਆਪਣੀ ਮਾਂ ਦੀ ਇੱਛਾ ਪੂਰੀ ਕੀਤੀ ਹੈ। ਤੇ ਉਹ ਕਲਯੁਗ ਦਾ ਸਰਵਣ ਪੁੱਤ ਤਾਂ ਹੀ ਹੈ ਕਿਉਂਕਿ ਸਰਵਣ ਪੁੱਤ ਤਾਂ ਇੱਕੋ ਹੀ ਹੋਇਆ ਅੱਜ ਤੱਕ ਜੇ ਗੱਲ ਕੀਤੀ ਜਾਵੇ, ਜਿਹੜਾ ਆਪਣੇ ਨੇਤਰਹੀਣ ਮਾਪਿਓ ਨੂੰ ਲੈ ਕੇ ਤੀਰਥ ਸਥਾਨਾਂ ਦੀ ਯਾਤਰਾ ਤੇ ਜਾਂਦਾ ਸੀ। ਪਰ ਜਿਹੜੀ ਆਪਾਂ ਸੁਣਦੇ ਹਾਂ, ਪੜ੍ਹਦੇ ਹਾਂ ਕਿ ਕਹਾਣੀਆਂ ਦੇ ਵਿੱਚ ਕਿ ਜੋ ਵੀ ਹੁੰਦਾ ਹੈ
ਕੀ ਉਹਦੇ ਨਾਲ ਘਟਨਾਕ੍ਰਮ ਵਾਪਰਿਆ ਸੀ। ਪਰ ਇਸ ਸਰਵਣ ਪੁੱਤ ਨੇ ਆਪਣੀ ਮਾਂ ਦੀ ਇੱਛਾ ਅੰਤ ਦੇ ਵਿੱਚ ਪੂਰੀ ਕੀਤੀ ਹੈ ਔਰ ਉਸ ਲੇਡੀ ਨੂੰ ਅਹਿਸਾਸ ਕਰਵਾ ਦਿੱਤਾ ਕਿ ਕਲਯੁਗ ਦੇ ਵਿੱਚ ਵੀ ਸਰਵਣ ਪੁੱਤ ਜਿਹੜੇ ਸਰਵਣ ਪੁੱਤ ਨੇ ਜੰਮਦੇ ਨੇ ਆਪਣੀ ਮਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਸਤੇ। ਜੀ ਅਗਲੇ ਪਾਸੇ ਵਜੀਦ ਜੀ ਹੁਣ ਦੋ ਗੱਲਾਂ ਪੰਜਾਬ ਦੀਆਂ ਰਹਿ ਗਈਆਂ। ਇੱਕ ਗੱਲ ਤਾਂ ਹੈਗੀ ਹੈ ਕਾਂਗਰਸ ਦੀ ਤੇ ਇੱਕ ਹੈਗੀ ਹੈ ਅਕਾਲੀ ਦਲ ਦੀ। ਪਹਿਲਾਂ ਆਪਾਂ ਕਾਂਗਰਸ ਦੀ ਗੱਲ ਕਰ ਲੈਂਦੇ ਹਾਂ ਜੀ। ਨਵਜੋਤ ਸਿੰਘ ਸਿੱਧੂ ਨੂੰ ਪਤਾ, ਤੁਸੀਂ ਇੱਕ ਦਿਨ ਮੈਨੂੰ ਦੱਸਿਆ ਸੀ 2-3 ਦਿਨ ਪਹਿਲਾਂ ਵੀ ਸਾਰੀ ਲਿਸਟ ਜਿਹੜੀ ਹੈਗੀ ਹੈ ਇਹ ਬਣ ਕੇ ਆ ਚੁੱਕੀ ਹੈ। ਇਹ ਉਦੋਂ ਬਣ ਕੇ ਆਈ ਹੈ ਜਦੋਂ ਗੇੜੇ ਨਵਜੋਤ ਸਿੰਘ ਸਿੱਧੂ ਦਿੱਲੀ ਦੇ ਲਾਉਂਦੇ ਹੁੰਦੇ ਸੀਗੇ। ਬਸ ਹੌਲੀ ਹੌਲੀ ਹੁਣ ਇੱਕ ਪੱਤਾ ਸਿੱਟ ਦਿੰਦੇ ਆ, ਫਿਰ ਦੂਜਾ ਸਿੱਟ ਦਿੰਦੇ ਆ। ਨਾਮ ਇਹ ਲਿਆ ਜਾਂਦਾ ਕਿ ਨਵਜੋਤ ਸਿੰਘ ਸਿੱਧੂ ਨੇ ਇਹ ਕਰਤਾ, ਪਰ ਅਸਲੀਅਤ ਦੇ ਵਿੱਚ ਗੱਲ ਇਹ ਹੈ ਕਿ ਬਸ ਉੱਤੋਂ ਥੋੜਾ ਜਿਹਾ ਮਿਸ ਕਾਲ ਆ ਜਾਂਦੀ ਹੈ ਕਿ ਨਵਜੋਤ ਜੀ ਕੱਲ ਆਪਾਂ ਕੰਮ ਕਰਨਾ। ਹੁਣ ਪਹਿਲਾਂ ਤਾਂ 4 ਸਿਆਸੀ ਸਲਾਹਕਾਰ ਆਪਣੇ ਬਣਾ ਲਏ ਸੀ ਨਵਜੋਤ ਸਿੰਘ ਸਿੱਧੂ ਨੇ। ਚਲੋ ਇੱਕ ਤਾਂ ਉਹਦੇ ਵਿੱਚੋਂ ਜਿਹੜਾ ਕਹਿੰਦੇ ਸੀ ਮੈਂ ਕੋਈ ਸਰਕਾਰੀ ਆਪਣੇ ਰਾਜਨੀਤਿਕ ਅਹੁਦੇ ਤੇ ਨਹੀਂ ਰਹਿਣਾ ਜੀ, ਉਹਨਾਂ ਨੇ ਨਾਮ ਵਾਪਸ ਲੈ ਲਿਆ ਸੀ। 3 ਪਿੱਛੇ ਰਹਿ ਗਏ ਸੀ। ਹੁਣ 2 ਮੀਡੀਆ ਸਲਾਹਕਾਰ ਲਾਤੇ। ਇਹ ਨਵਜੋਤ ਸਿੰਘ ਸਿੱਧੂ ਨੂੰ ਐ ਨਹੀਂ ਕਿਸੇ ਨੇ ਕਿਹਾ ਵੀ ਇੱਕ ਬੰਦੇ ਨਾਲ ਵੀ ਕੰਮ ਚੱਲ ਜਾਂਦਾ ਹੈ, ਜਾਂ ਨਵਜੋਤ ਸਿੰਘ ਸਿੱਧੂ ਨੂੰ ਇਹ ਗੱਲ ਦਾ ਡਰ ਹੋ ਗਿਆ ਕਿ ਯਾਰ ਇੱਕ ਅਸਤੀਫਾ ਨਾ ਦੇ ਜੇ, ਚਲੋ ਬਾਅਦ ਚ ਇੱਕ ਤਾਂ ਰਹਿ ਜਾਊਗਾ। ਇਹ 2-2 ਜਾਂ 4-4 ਐ ਕਿਉਂ ਲਾ ਰਹੇ ਆ ਜੀ? ਚਲੋ ਸ਼ੁਕਰ ਹੈ ਪ੍ਰਗਟ ਸਿੰਘ ਇੱਕ ਦਾ ਨਾਮ ਹੀ ਅਨਾਉਂਸ ਕੀਤਾ ਉਦੋਂ। ਨਹੀਂ, ਉਹ ਤਾਂ ਚਲੋ ਜਨਰਲ ਸਕੱਤਰ ਦੇ ਅਹੁਦੇ ਤੇ ਗਏ ਨੇ। ਉਹਨਾਂ ਦਾ ਇਸ ਸਲਾਹਕਾਰਾਂ ਦੀ ਟੀਮ ਦੇ ਨਾਲ ਤਾਂ ਚਲੋ ਕੋਈ ਫਾਇਦਾ ਨਹੀਂ, ਆਪਾਂ ਲਾਗਾ ਤੇਗਾ ਨਹੀਂ ਹੈਗਾ। ਪਰ ਵੈਸੇ ਵੀ ਦੇਖਣ ਵਾਲੀ ਗੱਲ ਹੈ। ਹਾਂ ਜੀ, ਸਲਾਹਕਾਰ ਸਲਾਹ ਮੰਨਦੇ ਹੈ ਨਹੀਂ ਕਿਸੇ ਦੀ, ਤੇ ਮੰਨਣਗੇ ਵੀ ਜੀ। ਹਾਂ ਬਿਲਕੁਲ, ਇਹ ਦੇਖਣ ਵਾਲੀ ਗੱਲ ਹੈ। ਹੁਣ 4 ਸਲਾਹਕਾਰ ਨਿਯੁਕਤ ਕੀਤੇ ਸੀ। ਪਹਿਲਾਂ ਤਾਂ ਇਹੀ ਸਵਾਲ ਉੱਠਿਆ ਕਿ ਮੁਹੰਮਦ ਮੁਸਤਫਾ ਦਾ ਨਾਮ ਸ਼ਾਮਲ ਕਿਉਂ ਕੀਤਾ ਗਿਆ। ਜਦੋਂ ਉਹਨਾਂ ਨੇ ਕੁਝ ਹੀ ਦੇਰ ਬਾਅਦ ਕਹਿ ਦਿੱਤਾ ਕਿ ਮੈਂ ਨਹੀਂ ਜੀ ਇਹ ਅਹੁਦਾ ਲੈਣਾ, ਕਿ ਵੀ ਬਿਨਾਂ ਸੋਚੇ ਬਿਨਾਂ ਪੁੱਛੇ ਜਾਂ ਬਿਨਾਂ ਵਿਚਾਰ ਵਟਾਂਦਰੇ ਤੋਂ ਇਹ ਕੀਤਾ ਗਿਆ ਵੀ ਕੋਈ ਗੱਲ ਨਹੀਂ, ਉਹਨੇ ਕਿਹੜਾ ਨਾ ਕਰਨੀ ਹੈ। ਉਹ ਤਾਂ ਆਪਣੇ ਆਪ ਨੂੰ ਫਖਰ ਮਹਿਸੂਸ ਕਰੂਗਾ ਜੀ ਮੈਂ ਨਵਜੋਤ ਸਿੰਘ ਸਿੱਧੂ ਦਾ ਸਲਾਹਕਾਰ ਬਣ ਗਿਆ। ਹਾਲਾਂਕਿ ਹਲੇ ਪ੍ਰਧਾਨ ਹੀ ਨੇ, ਹਲੇ ਅੱਗੇ ਕੋਈ ਵੱਡਾ ਜਿਹੜਾ ਸੰਵਿਧਾਨਕ ਦਾ ਨਹੀਂ ਮਿਲਿਆ ਹੈ। ਤੇ ਹੁਣ ਜਿਹੜੇ ਮੀਡੀਆ ਸਲਾਹਕਾਰ ਨੇ, ਚਲੋ ਇਹ ਇੱਕ ਆਪਾਂ ਕਹਾਂਗੇ ਕਿ ਇੱਕ ਜਿਹੜੇ ਆਪਣੇ ਵਿਰੋਧੀ ਦੀ ਬਰਾਬਰੀ ਕਰਨ ਦਾ ਯਤਨ ਵੀ ਕਹਿ ਸਕਦੇ ਹਾਂ। ਉਧਰਲੇ ਪਾਸੇ ਵੀ ਜਿਹੜੇ ਮੀਡੀਆ ਸਲਾਹਕਾਰ ਰੱਖੇ ਗਏ ਸੀ, 6 ਸਲਾਹਕਾਰ ਰੱਖੇ ਗਏ ਸੀ, ਪਰ ਉਹਨਾਂ ਦਾ ਰੌਲਾ ਪੈ ਗਿਆ ਸੀ ਕਿਉਂਕਿ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਜਾਣਾ ਸੀ ਤੇ ਉਹ ਸਾਰੀਆਂ ਨੂੰ ਝੰਡੀ ਵਾਲੀ ਕਾਰ ਮਿਲਣੀ ਸੀ ਤੇ ਉਹ ਖਰਚੇ ਦਾ ਰੌਲਾ ਪੈ ਕੇ ਤਾਂ ਉਹ ਵਿਚਾਰੇ ਰਹਿ ਗਏ ਸਾਰੇ। ਤੇ ਹੁਣ ਮੀਡੀਆ ਸਲਾਹਕਾਰ ਨਿਯੁਕਤ ਕੀਤੇ ਨੇ। ਚਲੋ ਮੀਡੀਆ ਦੇ ਜੇ ਆਪਾਂ ਕਹਾਂਗੇ ਕਿ ਮੀਡੀਆ ਨਾਲ ਸੰਬੰਧ ਜਿਹੜੇ ਰਿਸ਼ਤੇ ਨੇ ਉਹ ਕਿੰਨੇ ਕੁ ਸੁਖਾਵੇਂ ਬਣਾਉਣੇ ਨੇ, ਕਿੰਨੇ ਕੁ ਹੋਰ ਵਧੀਆ ਬਣਾਉਣੇ ਨੇ, ਇਸ ਪਾਸੇ ਰਾਏ ਦੇਣਗੇ। ਕਿਹੜੇ ਬਿਆਨ ਦੇਣੇ ਨੇ, ਕਿਹੜੇ ਨਹੀਂ ਦੇਣੇ ਨੇ। ਅੱਜ ਤੋਂ ਪਹਿਲਾਂ ਜੇ ਆਪਾਂ ਦੇਖ ਲਿਆ ਜਾਵੇ ਤਾਂ ਫਿਰ ਜਿਹੜੇ ਪਹਿਲਾਂ ਬਿਆਨ ਦਿੱਤੇ ਗਏ ਨੇ ਕਿ ਉਹ ਮੀਡੀਆ ਸਲਾਹਕਾਰਾਂ ਦੀ ਰਾਏ ਨਾਲ ਦਿੱਤੇ ਗਏ ਸੀ। ਜੋ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਬਿਆਨਬਾਜ਼ੀ ਹੋਈ, ਜਿਸ ਮੁੱਦੇ ਤੇ ਇਹ ਰੌਲਾ ਖੜਾ ਹੋਇਆ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਮੇਰੇ ਤੋਂ ਮਾਫੀ ਮੰਗੇ ਫਿਰ ਮੈਂ ਇਹਨੂੰ ਮੰਨੂਗਾ ਪ੍ਰਧਾਨ। ਕੀ ਉਹ ਬਿਆਨ ਜਿਹੜੇ ਦਿੱਤੇ ਸੀ ਕਿਸੇ ਮੀਡੀਆ ਸਲਾਹਕਾਰ ਦੇ ਕਹਿਣ ਤੇ ਦਿੱਤੇ ਸੀ ਜਾਂ ਆਪਣੀ ਮਰਜ਼ੀ ਨਾਲ ਦਿੱਤੇ ਸੀ? ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੀਡੀਆ ਸਲਾਹਕਾਰਾਂ ਦੀ ਬਿਲਕੁਲ ਤੁਹਾਡੇ ਮੁਤਾਬਕ ਜਿਵੇਂ ਕਿਹਾ ਸੀ ਮੰਨੀ ਵੀ ਜਾਊਗੀ ਕਿ ਇਹ ਸਿਰਫ ਇੱਕ ਬਸ ਬੰਦੇ ਹੀ ਖੜੇ ਕੀਤੇ ਜਾ ਰਹੇ ਨੇ ਕਿ ਹਾਂਜੀ ਆਹ ਮੇਰਾ ਮੀਡੀਆ ਸਲਾਹਕਾਰ ਹੈ, ਇਹਦੇ ਕਹੇ ਮੁਤਾਬਕ ਅਸੀਂ ਕਾਰਵਾਈ ਕਰਦੇ ਹਾਂ, ਇਹਦੇ ਕਹੇ ਮੁਤਾਬਕ ਅਸੀਂ ਮੀਡੀਆ ਦੇ ਵਿੱਚ ਬਿਆਨ ਦਿੰਦੇ ਹਾਂ? ਇਹ ਦੇਖਣ ਵਾਲੀ ਗੱਲ ਹੋਊਗੀ ਕਿ ਇਹ ਅੱਗੇ ਇਨ ਦੀ ਲੌਂਗ ਰਨ, ਕਿਉਂਕਿ ਇਲੈਕਸ਼ਨਸ ਜਲਦ ਹੀ ਹੋਣ ਜਾ ਰਹੀਆਂ ਨੇ। ਕੱਲ ਜਿਹੜੇ ਸੂਬੇ ਦੇ ਚੋਣ ਕਮਿਸ਼ਨਰ ਨੇ ਉਹਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ ਮੁਲਾਕਾਤ ਕੀਤੀ, ਚੋਣ ਵੋਟਰ ਸੂਚੀਆਂ ਦੇ ਬਾਰੇ ਗੱਲਬਾਤ ਕੀਤੀ ਗਈ ਕਿ ਭਾਈ ਜਿਸ ਕਿਸੇ ਨੂੰ ਕੋਈ ਇਤਰਾਜ਼ ਹੈਗਾ ਜਾਂ ਕੋਈ ਹੋਰ ਕੰਮ ਕਰਵਾਉਣ ਵਾਲਾ ਜਲਦੀ ਤੋਂ ਜਲਦੀ ਇਹ ਨੇਪਰੇ ਚਾੜਿਆ ਜਾਵੇ ਤਾਂ ਕਿ ਵੋਟਰ ਸੂਚੀਆਂ ਨੂੰ ਅੰਤਮ ਰੂਪ ਦਿੱਤਾ ਜਾਵੇ। ਜੀ ਬਿਲਕੁਲ ਜੀ, ਰੱਖੋ ਜੀ ਗੱਲ ਆਉਨੇ ਰੋ। ਸਤਿ ਸ਼੍ਰੀ ਅਕਾਲ ਜੀ, ਮੈਂ ਸੋਢੀ ਜੰਦੀ ਬੋਲ ਰਿਹਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਫਗਾਨਿਸਤਾਨ ਦਾ ਮੁੱਦਾ ਕਾਫੀ ਉਲਝ ਗਿਆ ਜੀ। ਜਿਹੜਾ ਹੈਂਡਓਵਰ ਹੈ, ਸਾਡੀ ਗੱਲਬਾਤ ਚੱਲ ਰਹੀ ਸੀਗੀ ਤੇ ਇਹਦੇ ਉੱਤੇ ਅੱਜ ਯੂਕੇ ਦੇ ਵਿੱਚ ਵੀ ਕਾਫੀ ਹੰਗਾਮਾ ਹੋਇਆ ਤੇ ਇਹ ਜ਼ਿੰਮੇਵਾਰੀ ਤੋਂ ਤਾਂ ਭਾਵੇਂ ਇਹ ਲੋਕ ਪਿੱਛੇ ਹਟ ਰਹੇ ਆ, ਪਰ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਮੇਵਾਰੀ ਤਾਂ USA ਦੀ ਹੈ। ਤੇ ਬਾਕੀ ਤਾਲਿਬਾਨ ਜਾਂ ਕੋਈ ਹੋਰ ਜਿਹੜਾ ਵੀ ਉੱਥੇ ਉਹਨਾਂ ਦਾ ਲੋਕਲ ਬੰਦਾ ਹੀ ਆ, ਜੇ ਉਹ ਟੇਕ ਓਵਰ ਕਰਦਾ ਤੇ ਮੇਰੇ ਖਿਆਲ ਦੇ ਮੁਤਾਬਕ ਇਹ ਆ ਕਿ ਜੀ US ਨੂੰ ਪਹਿਲਾਂ ਜਿਹੜੀ ਇਕੱਲੀ ਇੰਟੈਲੀਜੈਂਸ ਨਹੀਂ ਹੈ, ਮਤਲਬ ਜਿੱਦਾਂ ਹੁਣ 20 ਸਾਲ ਉੱਥੇ ਰਹੇ ਆ ਤਾਂ ਇਹ ਸਾਰੇ ਤਰ੍ਹਾਂ ਦੇ ਸਿਸਟਮ ਨੂੰ ਸਮਝ ਕੇ ਹੀ ਰਹੇ ਆ। ਇਹ ਸਿਰਫ ਇਹਨਾਂ ਨੇ ਆਪਣਾ ਜਿਹੜਾ ਕੋਈ ਬਿਜ਼ਨਸ ਸਟੰਟ ਸੀਗਾ ਉਹਦੇ ਹਿਸਾਬ ਨਾਲ ਕੱਢਿਆ। ਬਾਕੀ ਐਟ ਦਿਸ ਜੰਕਚਰ
ਇਹ ਆ ਕਿ ਅਫਗਾਨਿਸਤਾਨ ਦੇ 4 ਕੰਟੈਸਟੈਂਟ ਹੋ ਗਏ ਜੀ। ਪਹਿਲਾਂ ਤਾਂ ਰਸ਼ੀਆ ਤਾਂ US ਦਾ ਹੁੰਦਾ ਸੀ ਜੀ। ਹੁਣ ਇਸ ਟਾਈਮ ਚਾਈਨਾ ਉਹ ਵੀ ਇੱਕ ਕੰਟੈਸਟੈਂਟ ਹੈ, ਇੰਡੀਆ ਉਹ ਵੀ ਕੰਟੈਸਟੈਂਟ ਹੈ ਜੀ, ਤੇ US ਤਾਂ ਹੈ ਹੀ ਹੈ, ਠੀਕ ਹੈ ਜੀ। ਤੇ ਹੁਣ UAE ਵੀ ਹੋ ਗਿਆ ਕਿਉਂਕਿ ਉਹ ਜਿਹੜਾ ਬੰਦਾ ਅਸ਼ਰਫ ਗਨੀ ਹਮੀਦ ਕਰਜ਼ਾਈ ਜਿਹੜਾ ਹੈਗਾ ਅਸ਼ਰਫ ਗਨੀ ਹੈ, ਉਹ ਉੱਥੇ ਚਲਾ ਗਿਆ ਤੇ ਸਪੋਰਟਰ ਉਹਦੇ ਵੀ ਹੈਗੇ ਆ ਜੀ। ਇਹ ਲੱਗਦਾ ਨਹੀਂ ਕਿ ਮਤਲਬ ਕਿਸੇ ਨਤੀਜੇ ਤੇ ਚੀਜ਼ ਪਹੁੰਚੇਗੀ। ਤੇ US ਨੇ ਜਿਹੜਾ ਹੈਂਡਓਵਰ ਕੀਤਾ ਇਹ ਇਹੋ ਜਿਹੀ ਸਲਿੱਪ ਹੋਈ ਆ ਕਿ ਫਰਦਰ ਜਿਹੜਾ ਸਿਚੁਏਸ਼ਨ ਆ ਉੱਥੇ ਡਿਟੀਰੀਓਰੇਟ ਹੋ ਸਕਦੀ ਹੈ। ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਬਿਲਕੁਲ ਇਹਦੀ ਵੈਸੇ ਤਾਂ ਆਪਾਂ ਅਭਿਜੀਤ ਜੀ ਗੱਲ ਕਰ ਹੀ ਲਈ ਸੀਗੀ ਜੀ। ਹਾਂ, ਇਹ ਗੱਲ ਜ਼ਿਕਰ ਇਹਨਾਂ ਦੀ ਚਲੋ ਆਪਾਂ ਗੱਲ ਕਹਿ ਸਕਦੇ ਹਾਂ ਕਿ ਹੈਂਡਓਵਰ US ਨੇ ਕੀਤਾ, ਉਦੋਂ ਵੀ ਮਾਹੌਲ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਜਦੋਂ US ਨੇ ਇਨਵੇਡ ਕੀਤਾ ਸੀ, ਹਮਲੇ ਕੀਤੇ ਸੀ, ਕਿਉਂ ਕੀਤੇ ਸੀ ਤੇ ਉਦੋਂ ਕੀ ਰਿਪੋਰਟਸ ਸਾਹਮਣੇ ਆਈਆਂ ਸੀ ਕਿ ਆਖਰਕਾਰ ਕਿਉਂ US ਨੂੰ ਇੰਨੀ ਵੱਡੀ ਕਾਰਵਾਈ ਕਰਨੀ ਪੈ ਗਈ। ਹੁਣ ਉਸ ਤੋਂ ਬਾਅਦ ਚਲੋ ਤਾਲਿਬਾਨ ਸਾਈਡਲਾਈਨ ਹੋ ਚੁੱਕੇ ਸੀ, ਹਾਸ਼ੀਏ ਤੇ ਪਹੁੰਚ ਚੁੱਕੇ ਸੀ ਕਿਉਂਕਿ ਉੱਥੇ ਨਾਟੋ ਦੀਆਂ ਫੌਜਾਂ ਬੈਠੀਆਂ ਸੀ। ਹੌਲੀ ਹੌਲੀ ਕਰਕੇ ਸਾਰੇ ਮੁਲਕਾਂ ਨੇ ਕੱਢਣੀਆਂ ਸ਼ੁਰੂ ਕਰਤੀਆਂ। ਇੱਕ ਦਿਨ ਚ ਤਾਂ ਹੋਇਆ ਨਹੀਂ ਜੀ ਪ੍ਰੋਸੈਸ। ਇਹ ਜਿਹੜਾ ਤਾਲਿਬਾਨ ਦਾ ਪ੍ਰੋਸੈਸ ਹੈ ਜਿਹੜਾ ਕੁਝ ਦਿਨਾਂ ਚ ਜ਼ਰੂਰ ਹੋ ਗਿਆ ਕਿਉਂਕਿ ਉਹਨਾਂ ਨੂੰ ਆਪਣੇ ਮੋਟਰਸਾਈਕਲਾਂ ਤੇ ਚੜ੍ਹ ਕੇ ਕਬਜ਼ਾ ਕਰਨ ਦਾ ਮੌਕਾ ਮਿਲ ਗਿਆ। ਇਹ ਸਾਰੀਆਂ ਚੀਜ਼ਾਂ ਸਾਰਿਆਂ ਨੂੰ ਪਤਾ ਸੀ ਪਰ ਇਹ ਇਸ ਗੱਲ ਤੇ ਕੋਈ ਵੀ ਆਉਣ ਨੂੰ ਤਿਆਰ ਨਹੀਂ ਸੀ ਕਿਉਂਕਿ ਹੁਣ ਸਾਰਿਆਂ ਨੂੰ ਪਤਾ ਸੀ ਕਿ ਜਦੋਂ ਅਮਰੀਕੀ ਫੌਜ ਦੀ ਆਖਰੀ ਟੁਕੜੀ ਅਫਗਾਨਿਸਤਾਨ ਛੱਡੂਗੀ ਤਾਂ ਤਾਲਿਬਾਨ ਹਥਿਆਰ ਚੱਕ ਕੇ ਇੱਧਰ ਨੂੰ ਕਾਬਲ ਵੱਲ ਨੂੰ ਵਧੂਗਾ। ਇਹ ਤਾਂ ਹਰ ਕੋਈ ਜਾਣਦਾ ਸੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਇਹ ਪਤਾ ਨਹੀਂ ਕਿਉਂ ਆਪਾਂ ਕਹਿ ਸਕਦੇ ਹਾਂ ਕਿ ਹੁਣ ਇਸ ਦਾ ਬਖੇੜਾ ਜਿਹੜਾ ਆਪਾਂ ਕਹਿ ਸਕਦੇ ਰੌਲਾ ਵੱਧ ਪਾਇਆ ਜਾ ਰਿਹਾ ਹੈ ਜਦ ਕਿ ਸਾਰਿਆਂ ਨੂੰ ਪਤਾ ਸੀ। ਕੋਈ ਦੂਰਅੰਦੇਸ਼ ਇੱਥੇ ਸਿਆਸਤਦਾਨ ਕੌਮਾਂਤਰੀ ਭਾਈਚਾਰੇ ਦੇ ਹੈਗੇ ਨੇ ਇਨਕਲੂਡਿੰਗ ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨਸ, ਉਹ ਸਾਰਿਆਂ ਨੂੰ ਪਤਾ ਸੀ ਕਿ ਜਿੱਦਣ ਆਖਰੀ ਟੁਕੜੀ ਨੇ ਆਪਣਾ ਪੜਾਅ ਚੱਕਿਆ ਅਫਗਾਨਿਸਤਾਨ ਦੇ ਵਿੱਚੋਂ ਤਾਲਿਬਾਨ ਨੇ ਕਾਰਵਾਈ ਕਰਨੀ ਹੈ। ਫਿਰ ਇਹ ਉਸ ਵੇਲੇ ਸਾਰਾ ਭਾਈਚਾਰਾ ਜਿਹੜਾ ਦੁਨੀਆ ਦਾ ਜਿਹੜਾ ਹੁਣ ਰੌਲਾ ਪਾ ਰਿਹਾ ਹੈ ਉਦੋਂ ਕਿਉਂ ਨਹੀਂ ਹੋਇਆ? ਰੱਖੋ ਜੀ ਗੱਲ ਆਉਣੇ ਰੋ। ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ ਤੇ ਜੀ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਿੰਘਾਰਾ ਸਿੰਘ ਬੋਲਦਾ ਕਾਮਰਸ ਦੇ ਵਿੱਚ ਜੀ ਕੈਨੇਡਾ ਤੋਂ ਜੀ। ਆਪਣਾ ਜੀ ਮੈਂ ਤਾਂ ਇਹ ਗੱਲ ਕਹਿਣਾ ਵੀ ਇਹ ਨਸ਼ਿਆਂ ਬਾਰੇ ਜਿਹੜਾ ਆਪਣਾ ਪੰਜਾਬ ਦੇ ਵਿੱਚ ਕਹਿੰਦੇ ਨੇ ਨਸ਼ੇ ਦੀ ਜਿਹੜੀ ਅਫੀਮ ਵੀ ਇੱਕ ਨਸ਼ੇ ਦੇ ਵਿੱਚ ਹੀ ਆਉਂਦੀ ਆ ਨਾ। ਬਿਲਕੁਲ ਜੀ ਬਿਲਕੁਲ। ਹਾਂਜੀ, ਇਹਦੇ ਵਿੱਚ ਮੈਂ ਤੁਹਾਨੂੰ ਸੁਣਾਉਣਾ ਇੱਕ ਅੱਖੀਂ ਦੇਖੀ ਦਾਸਤਾਨ ਕਿ ਬਾਰਡਰ ਦੇ ਉੱਤੇ ਨਾ ਬਾਦਲ ਸਾਹਿਬ ਵੇਲੇ ਇੱਕ ਵਾਰੀ ਕਿਹਾ ਵੀ ਸਾਰੇ ਮੰਤਰੀ ਜਾ ਕੇ ਉੱਥੇ ਸੰਘਰਸ਼ ਕਰੋ, ਇਸ ਦੇ ਖਿਲਾਫ ਵੀ ਪਾਕਿਸਤਾਨ ਚੋਂ ਫੀਮ ਆ ਰਹੀ ਆ, ਨਸ਼ੇ ਆ ਰਹੇ ਨੇ, ਰੋਕਣ ਵਾਸਤੇ ਸੰਘਰਸ਼ ਕਰੋ। ਮੈਂ ਵੀ ਨਾਲ ਗਿਆ ਸੀ, ਸਾਡੇ ਮਲੇਰਕੋਟਲੇ ਦਾ ਮੰਤਰੀ ਸੀ, ਉਹਦੇ ਨਾਲ ਮੈਂ ਗਿਆ ਸੀਗਾ। ਉੱਥੇ ਬੈਠੇ ਸਟੇਜ ਦੇ ਉੱਤੇ ਤਾਂ ਉੱਥੇ ਪਾਣੀਆਂ ਦੇ ਬੋਤਲ ਜਿਹੜਾ ਦਿੰਦਾ ਸੀ ਨਾਲ ਪਾਣੀ ਦੇ ਬੋਤਲਾਂ ਤੇ ਗਲਾਸ ਮੰਤਰੀਆਂ ਨੂੰ ਫੜਾ ਰਿਹਾ ਸੀ। ਉੱਥੇ ਸਾਰੇ ਕਈ ਮੰਤਰੀਆਂ ਨੇ ਬੋਲਣਾ ਸੀਗਾ, ਕਈ ਬੋਲ ਵੀ ਰਹੇ ਸੀਗੇ। ਉਹ ਬੋਲਦੇ ਜੀ ਮੈਂ ਵੀ ਐਂ ਤੋਤਾ ਸੀ ਉਹਦੇ ਮਗਰ ਬੈਠਾ ਸੀਗਾ ਤੇ ਮੈਂ ਅੱਖੇ ਦੇਖਿਆ ਤਾਂ ਉਹ ਬੋਤਲ ਫੜ ਲਿਆ ਕਰਨ, ਬੋਤਲ ਫੜ ਕੇ ਨਾ ਆਪਣੇ ਡੱਬੀ ਜੀ ਕੱਢਿਆ ਕਰ, ਡੱਬੀ ਚੋਂ ਫੀਮ ਕੱਢ ਕੇ ਖਾ ਕੇ ਤੇ ਉਦੋਂ ਬਾਅਦ ਪਾਣੀ ਪੀ ਲਿਆ ਕਰਨ, ਪੀ ਕੇ ਉਦੋਂ ਬਾਅਦ ਕਹਾਂ ਉਹ ਹੁਣ ਤੇਰੀ ਵਾਰੀ ਆ, ਤੂੰ ਵੀ ਥੋੜੀ ਜਿਹੀ ਖਾ ਲਾ। ਉਹਨਾਂ ਨੇ ਬੋਲਣ ਪਿੱਛੇ ਫੀਮ ਖਾਧੀ ਆ। ਅਸੀਂ ਗਏ ਸੀ ਨਸ਼ੇ ਬਾਰੇ, ਉੱਥੇ ਪਹੁੰਚੇ ਸੀ ਨਸ਼ੇ ਬਾਰੇ ਸੀਗੇ ਵੀ ਨਸ਼ੇ ਬਾਰੇ ਆਪਾਂ ਬੰਦ ਕਰਨਾ। ਮੈਂ ਤੋਤਾ ਸਿੰਘ ਨੂੰ ਕਹਾਂ ਮੈਂ ਜੀ ਆਹ ਕੀ ਹੋ ਰਿਹਾ? ਉਹ ਕਹਿੰਦਾ ਹਾਂ ਗੱਲ ਠੀਕ ਆ ਜੀ। ਮੈਨੂੰ ਕਹਿੰਦਾ ਮੈਂ ਉਦੋਂ ਬਾਅਦ ਤੋਤਾ ਸਿੰਘ ਬੋਲਿਆ, ਕਹਿੰਦਾ ਯਾਰ ਆਪਾਂ ਅੱਜ ਤਾਂ ਨਸ਼ਿਆਂ ਬਾਰੇ ਆ, ਸਾਰਿਆਂ ਦੇ ਜੇਬਾਂ ਵਿੱਚ ਫੀਮਾਂ ਦੀਆਂ ਡੱਬੀਆਂ ਨੇ। ਇਹ ਦੱਸੋ ਜਦ ਆ ਵੀ ਇਹਨਾਂ ਦੀ ਜੇਬ, ਤੁਸੀਂ ਹੁਣ ਆਮ ਵੀ ਦੇਖ ਲਓ ਜਿਹੜੇ ਆ ਮੰਤਰੀ ਫਿਰਦੇ ਨੇ ਸਾਰਿਆਂ ਦੀ ਜੇਬਾਂ ਚ ਪੀਏ ਨੂੰ ਫੜਾਈਏ ਤੇ ਫੀਮ ਜਾਂ ਫੀਮ ਆਪ ਖਾਂਦੇ ਨੇ ਨਾਲ ਦੀ ਨਾਲ, ਜਦ ਇਹਨਾਂ ਨੂੰ ਬੋਲਣਾ ਹੁੰਦਾ ਜਦੀ ਫੀਮ ਖਾਂਦੇ ਨੇ। ਤੁਸੀਂ ਨਸ਼ਿਆਂ ਬਾਰੇ ਆਪਾਂ ਕਹਿ ਰਹੇ ਨਸ਼ੇ ਰੋਕਣਗੇ ਜੀ ਮੰਤਰੀ, ਇਹਨਾਂ ਵੱਲ ਝਾਕਦੇ ਆ। ਬਹੁਤ ਇਹਦੇ ਬਾਰੇ ਵਿਚਾਰ ਲਓ। ਇਹ ਤਾਂ ਜੀ ਹੁਣ ਤੁਸੀਂ ਸਾਰਾ ਹੀ ਪੋਤੜੀ ਫਰੋਲ ਤੇ ਜੀ। ਹੁਣ ਇਦੋਂ ਵੱਧ ਆਪਾਂ ਕੀ ਕਹਿ ਸਕਦੇ ਆਂਗੇ? ਜਦੋਂ ਕੰਮ ਕਰਨ ਗਏ ਸੀ ਨਸ਼ਿਆਂ ਨੂੰ ਰੋਕਣ ਦਾ ਤੇ ਆਪ ਹੀ ਉੱਥੇ ਕੱਢ ਕੇ ਡੱਬੀ ਚੋਂ ਕਹਿੰਦੇ ਲਾ ਲਈਏ ਛੱਡ, ਬਸ ਹੁਣ ਤਾਂ ਇਹਦੇ ਬਾਰੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਵੀ ਉਹਦੇ ਖਾਦੇ ਤੋਂ ਬਗੈਰ ਵਜੀਦ ਜੀ ਉਹੀ ਗੱਲ ਹੈ ਨਾ ਵੀ ਫਿਰ ਲੰਮੀਆਂ ਸਿੱਟੀਆਂ ਵੀ ਨਹੀਂ ਜਾਣੀਆਂ ਨਾ। ਇਸ ਕਰਕੇ ਪਹਿਲਾਂ ਹੀ ਲੀਡਰ ਦੀਆਂ ਵੀ ਲੱਤਾਂ ਨਾ ਸਟੇਜ ਤੇ ਕੰਬਣ, ਪਹਿਲਾਂ ਹੀ ਉਹਨੂੰ ਤੰਤ ਕਰਕੇ ਤੇ ਫੇਰ ਲਿਆਂਦਾ ਜਾਂਦਾ। ਰੱਖੋ ਜੀ ਗੱਲ ਆਉਣੇ ਰੋ। ਸਤਿ ਸ੍ਰੀ ਅਕਾਲ ਬਲਦੇਵ ਸਿੰਘ ਜੀ, ਕੀ ਹਾਲ ਹੈ? ਬੜੀ ਛੇਤੀ ਪਛਾਣਿਆ। ਰੱਖੋ ਜੀ ਗੱਲ। ਅਸੀਂ ਵੀ ਲੱਗਦਾ ਜੀ ਤਾਲਿਬਾਨ ਪਹਿਲਾਂ 20 ਸਾਲਾਂ ਨੂੰ ਵਿਚਾਰੇ ਕਿੱਥੇ ਲੁਕੇ ਰਹੇ, ਉਹ ਤੋਂ ਦੱਬੇ ਨਹੀਂ ਗਏ ਜੀ। ਨਾਮ ਕਿੱਥੋਂ ਨਿਕਲਿਆ ਇਹ ਹੈ ਨਾ। 20 ਸਾਲ ਅਮਰੀਕਾ ਦੀ ਬਹੁਤ ਰਹੀ ਆ
ਉਦੋਂ ਕਾਹਤੋਂ ਲੱਭੇ, ਹੁਣ ਇੱਕਦਮ ਕਿਵੇਂ ਹੋ ਸਕਦਾ, ਇਹ ਰਲ ਮਿਲ ਕੇ ਗੱਲ ਹੋਇਆ ਜੀ। ਕਿ ਬਾਕੀ ਦੂਜਾ ਨੇ ਜਿਹੜਾ ਦੂਜੇ ਆਪਾਂ ਕਰਦੇ ਨਾ, ਹੁਣ ਅਕਾਲੀ ਦਲ ਦਾ ਵੀ ਕਹਿੰਦੇ ਬਹੁਤ ਬਹੁਤ ਸਨਮਾਨ ਹੋ ਰਿਹਾ 100 ਦਿਨ ਵਾਸਤੇ, ਸੁਖਬੀਰ ਬਾਦਲ ਗੇੜੇ ਕੱਢਦਾ ਤੇ ਬੜੇ ਬੜੇ ਸਨਮਾਨ ਮਿਲਦੇ ਆ ਨੂੰ। ਆਈ ਹੋਣਾ ਚਾਹੀਦਾ ਨਾ, ਭਜਾਉਣੇ ਚਾਹੀਦੇ ਸਾਰਿਆਂ ਨੂੰ। ਇਹ ਸਾਰੇ ਝੂਠ ਬੋਲਦੇ ਆ, ਵੱਡੇ ਵੱਡੇ ਝੂਠ ਬੋਲ ਕੇ ਇਹ ਕੀਮ ਛੱਕ ਕੇ ਗੱਲਾਂ ਕਰਦੇ ਆ ਵੀਰੇ। ਜਿਉਂਦੇ ਬਾਦਲ ਚੜ੍ਹਦੀ ਕਰਾ। ਚਲੋ ਜੀ, ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇਗੇ ਜੀ, ਨਾ ਹੀ ਇਸ ਮੰਚ ਤੋਂ ਕੋਈ ਗੱਲ ਕਰਦੇ ਹਾਂ ਜੀ ਇਹੋ ਜੀ। ਰੱਖੋ ਜੀ ਗੱਲ, ਆਉਂਦੇ ਰਹੋ। ਹਾਂਜੀ 57 ਜੀ ਲਾਸਟ ਨੰਬਰ ਤੁਹਾਡਾ। ਹੈਲੋ ਲਓ ਜੀ ਜੀ ਹੈਲੋ, ਰੱਖੋ ਜੀ ਗੱਲ, ਆਉਂਦੇ ਰਹੋ। ਸਤਿ ਸ੍ਰੀ ਅਕਾਲ ਜੀ। ਅੱਜ ਫੇਸਬੁੱਕ ਤੇ ਨਹੀਂ ਆ ਰਿਹਾ ਤੁਹਾਡਾ ਪ੍ਰੋਗਰਾਮ ਜੀ। ਫੇਸਬੁੱਕ ਦੇ ਉੱਪਰ ਨਾ ਕੱਲ ਦਾ ਇੱਕ ਫਾਲਟ ਪਿਆ ਹੋਇਆ ਆਪਣੇ ਉਸ ਪੇਜ ਤੇ। ਇੱਕ ਨਵੀਂ ਆਈਡੀ ਕ੍ਰੀਏਟ ਕੀਤੀ ਹੈ ਜੀ, ਹਮਦਰਦ ਟੀਵੀ ਕੈਨੇਡਾ। ਉਹਦੇ ਉੱਪਰ ਇਹ ਲਾਈਵ ਚੱਲ ਰਿਹਾ ਜੀ। ਜਿਹੜੀ ਪਹਿਲਾਂ ਵਾਲੀ ਆਪਣੀ ਜਿਹੜੀ ਫੇਸਬੁੱਕ ਆਈਡੀ ਸੀ ਉਹਦੇ ਤੇ ਇੱਕ ਫਾਲਟ ਆ ਗਿਆ ਜੀ। ਉਹ ਥੋੜਾ ਜਿਹਾ ਕੋਈ ਬੰਦਿਸ਼ਾਂ ਕਰਕੇ ਉਹਦੇ ਤੇ ਚੱਲ ਨਹੀਂ ਰਿਹਾ ਜੀ। ਮੈਂ ਤਾਂ ਹੁਣ ਘਰ ਆਇਆ ਤਾਂ ਹੁਣ ਟੀਵੀ ਲਾਇਆ ਜੀ ਤੇ ਬਾਹਰ ਮੈਂ ਬਹੁਤ ਟਰਾਈ ਕੀਤੀ, ਫੇਸਬੁੱਕ ਤੇ ਚੱਲ ਨਹੀਂ ਰਿਹਾ। ਨਵੀਂ ਆਈਡੀ ਤੁਸੀਂ ਵਰਤੋਂ ਕਰ ਸਕਦੇ ਹੋ ਜੀ, ਹਮਦਰਦ ਟੀਵੀ ਕੈਨੇਡਾ ਜੀ। ਓਕੇ ਜੀ। ਹਾਂਜੀ, ਉਹਦੇ ਤੇ ਅਸੀਂ ਜਿਹੜਾ ਲਾਈਵ ਚੱਲ ਰਿਹਾ ਹੈ ਜੀ। ਜਾਂ ਇਸ ਤੋਂ ਇਲਾਵਾ ਜਿਹੜੀ ਸਾਡੀ ਵੈਬਸਾਈਟ ਹੈਗੀ ਹੈ delihumdard.com, ਉਹਦੇ ਤੇ ਤਾਂ ਡੇਲੀ ਚੱਲਦਾ ਹੀ ਹੁੰਦਾ ਜੀ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਉਪਜੀਤ ਜੀ। ਵੈਸੇ ਤਾਂ ਚਲੋ ਸਿਆਸੀ ਸਲਾਹਕਾਰਾਂ ਦੀ ਗੱਲ ਵੀ ਹੋ ਗਈ ਤੇ ਸ਼ਿੰਗਾਰਾ ਸਿੰਘ ਨੇ ਵੀ ਮਾੜੀ ਜੀ ਗੱਲ ਸਮਝਾਤੀ ਸੀਗੀ। ਹੁਣ ਆਪਾਂ ਇੱਕ ਖਾਸ ਖਬਰ ਇੱਕ ਹੋਰ ਰਹਿ ਗਈ ਜੀ। ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਕੀਤਾ ਜੀ 100 ਦਿਨ ਦਾ ਜਿਹੜੀ ਯਾਤਰਾ ਪੰਜਾਬ ਦੀ। ਇੰਨੇ ਪਿੰਡ ਕਹਿੰਦੇ ਜੀ ਭਗਤਾ ਦੇਣੇ ਆ, ਘਰੇ ਆਪਾਂ ਵੜਨਾ ਨਹੀਂ, ਜਿਹੜਾ ਬੈੱਡ ਹੈਗਾ ਉਹ ਆਪਣਾ ਉਹ ਗੱਡੀ 'ਚ ਹੀ ਲਾਤਾ ਜੀ। ਇਹਦਾ ਮਤਲਬ 100 ਦਿਨ ਘਰੇ ਨਹੀਂ ਆਉਣਾ, ਫਿਰ ਗੱਡੀ ਦੇ ਵਿੱਚ ਹੀ ਸੌਣਾ ਉਪਜੀਤ ਦੇ ਤੇ ਉੱਥੇ ਹੀ ਉੱਠਣਾ ਜੀ। ਸਭ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਹੈ ਜੀ, ਜਦੋਂ ਘਰੋਂ ਤੁਰਨ ਲੱਗੇ ਐ ਤੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ ਨੂੰ ਹੱਥ ਲਾਏ ਆ। ਕਹਿੰਦੇ ਜੀ ਦਿਓ ਆਸ਼ੀਰਵਾਦ, ਵੀ ਮੈਂ ਜਿਵੇਂ ਤੁਸੀਂ ਕਰਦੇ ਹੁੰਦੇ ਸੀ ਚੋਣ ਪ੍ਰਚਾਰ, ਇਹੀ ਆਸ਼ੀਰਵਾਦ ਤਾਂ ਹੀ ਹੁੰਦਾ ਵੀ ਮੈਂ ਬਿਲਕੁਲ ਉਸੇ ਰਾਹ ਦੇ ਵਿੱਚ ਉੱਪਰ ਦੇ ਚੱਲਾਂ। ਤੇ ਗੱਲ ਇਹ ਬਣੀ ਜੀ, ਜਦੋਂ ਕਾਫਲਾ ਜੀਰੇ ਦੇ ਕੋਲੇ ਪਹੁੰਚਿਆ ਤੇ ਉੱਥੇ ਕਿਸਾਨ ਮਿਲ ਗਏ ਜੀ ਕਾਲੀਆਂ ਝੰਡੀਆਂ ਲੈ ਕੇ। ਹੁਣ ਇਹ ਤਾਂ ਬਹੁਤ ਕਹਿੰਦੇ ਅਕਾਲੀ ਵਾਲੇ ਵੀ ਅਸੀਂ ਤਾਂ ਭਾਈ ਇਹਦੇ ਕਾਨੂੰਨਾਂ ਦੇ ਖਿਲਾਫ ਹੈਗੇ ਆ। ਹੁਣ ਲੋਕਾਂ ਕੋਲੇ ਉਹ ਗੱਲਾਂ ਆਈਆਂ ਹੋਈਆਂ, ਵੀਡੀਓ ਵੀ ਆਈਆਂ ਹੋਈਆਂ ਉਪਜੀਤ ਜੀ, ਜਦੋਂ ਸਮਝਾ ਰਹੇ ਸੀਗੇ ਪ੍ਰਧਾਨ ਸਾਹਿਬ ਵੀ ਨਾ ਚੰਗੀ ਤਰ੍ਹਾਂ ਖੇਤੀ ਕਾਨੂੰਨ ਪੜ੍ਹੇ ਨਹੀਂ ਤੁਸੀਂ, ਇਹ ਹੈ ਇਹਨਾਂ ਦੇ ਵਿੱਚ ਕੀ ਹੈ, ਇਹ ਕੀ ਚੱਕਰ ਬਣਦਾ ਜੀ, ਫਿਰ ਕਿੰਨਾ ਟਾਈਮ ਇਹ ਕੰਮ ਚੱਲੂ ਜਾਂ 100 ਦਿਨ ਇਹ ਕੰਮ ਨਾਲ ਹੀ ਰਹੂਗਾ ਕਾਲੀਆਂ ਝੰਡੀਆਂ ਵਾਲਾ? ਦੇਖੋ ਬਿਲਕੁਲ 100 ਦਿਨ ਕਹਿੰਦੇ 100 ਦਿਨ ਅਸੀਂ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹ ਚਾਰਜ ਸ਼ੀਟ ਦਿਖਾਉਣੀ ਹੈ ਜਿਹੜੀ ਫੋਕੇ ਦਾਅਵੇ ਨੇ, ਜਿਹੜੇ ਵਾਅਦੇ ਪੂਰੇ ਨਹੀਂ ਕੀਤੇ ਗਏ। ਆਪਾਂ ਕੱਲ ਵੀ ਇਸ ਮੁੱਦੇ ਤੇ ਜ਼ਿਕਰ ਕੀਤਾ ਸੀ ਕਿ ਵਾਅਦੇ ਸੀ ਜਿਹੜੇ ਅਕਾਲੀ ਦਲ ਦੀ ਸਰਕਾਰ ਵਿਰੁੱਧ ਕੀਤੇ ਗਏ ਸੀ ਕਿ ਅਕਾਲੀ ਭਾਜਪਾ ਸਰਕਾਰ ਨੇ ਆ ਚੀਜ਼ਾਂ ਗਲਤ ਕੀਤੀਆਂ ਨੇ, ਅਸੀਂ ਇਹਨਾਂ ਨੂੰ ਖਤਮ ਕਰਾਂਗੇ ਜਾਂ ਇਹਨਾਂ ਵਿਰੁੱਧ ਕਾਰਵਾਈ ਕਰਾਂਗੇ। ਉਹਨਾਂ ਵਾਅਦਿਆਂ ਨੂੰ ਲੈ ਕੇ ਹੁਣ ਸੁਖਬੀਰ ਸਿੰਘ ਬਾਦਲ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਾ ਚਾਹ ਰਹੇ ਨੇ। ਕੱਲ ਗਏ ਤਾਂ ਫਿਰ ਪਹਿਲੇ ਦਿਨ ਹੀ ਖੀਰ ਪੈ ਗਈ। ਉਹ ਦੇਖਿਆ ਕਿਸਾਨਾਂ ਦਾ ਤਿੱਖਾ ਵਿਰੋਧ ਆ, ਜਿਹੜਾ ਕਾਲੀਆਂ ਝੰਡੀਆਂ ਲੈ ਕੇ ਖੜੇ ਸੀਗੇ ਤੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿੰਨੇ ਕੁ ਹਲਕਿਆਂ ਦੇ ਵਿੱਚ ਜਾਣਗੇ, ਜਦ ਕਿ ਲੋਕ ਉੱਥੇ ਆਪਣੇ ਪਿੰਡਾਂ ਦੇ ਬਾਹਰ ਬੋਰਡ ਲਾ ਰਹੇ ਨੇ ਕਿ ਸਿਆਸਤਦਾਨਾਂ ਦਾ ਆਉਣਾ ਮਨਾ ਹੈ। ਤੇ ਹੁਣ ਕਿਹੜੇ ਪਿੰਡ ਦੇ ਵਿੱਚ ਜਾ ਕੇ ਜਾਂ ਕਿਹੜੇ ਸ਼ਹਿਰ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਸਮਝਾਉਣਗੇ ਕਿ ਅਕਾਲੀ ਦਲ ਨੇ ਤਾਂ ਜੀ ਬਹੁਤ ਵਧੀਆ ਰਾਜ ਦਿੱਤਾ, ਇਹ ਤਾਂ ਕਾਂਗਰਸ ਹੀ ਮਾੜੀ ਸੀ, ਤਾਂ ਕਰਕੇ ਪੰਜਾਬ ਦਾ ਬੇੜਾ ਗਰਕ ਹੋਇਆ। ਤੇ ਇਹ ਹੁਣ ਕਿਹਨੂੰ ਸਮਝਾਇਆ ਜਾਊਗਾ? ਇਹ ਸਾਰੇ ਜਾਣਦੇ ਨੇ। ਬਾਕੀ ਕਿਸਾਨ ਅੰਦੋਲਨ ਚੱਲ ਰਿਹਾ ਹੈ, ਜਿਹੜੀਆਂ ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਸਰਗਰਮ ਨੇ। ਉਹ ਜਿਹੜਾ ਇਹਨਾਂ ਦਾ ਜੋ ਇਹਨਾਂ ਨੇ ਇੱਕ ਤਰੀਕੇ ਦਾ ਆਪਾਂ ਕਹਾਂਗੇ ਸਟੰਟ ਹੀ ਕਹਾਂਗੇ ਕਿ ਹਾਂਜੀ ਅਸੀਂ ਪ੍ਰਚਾਰ ਕਰ ਰਹੇ ਹਾਂ ਲੋਕਾਂ ਕੋਲੇ ਜਾ ਕੇ, ਚਾਰ ਸ਼ੀਟ ਆਮ ਆਦਮੀ ਪਾਰਟੀ ਦੇ ਵਾਅਦਿਆਂ ਦੀ ਤੇ ਕਾਂਗਰਸ ਦੇ ਵਾਅਦਿਆਂ ਦੀ ਲੋਕਾਂ ਸਾਹਮਣੇ ਕੱਚੇ ਚਿੱਠੇ ਫਰੋਲਾਂਗੇ ਕਿ ਨਾ ਜੀ ਇਹ ਤਾਂ ਕਿਸੇ ਕੰਮ ਦੇ ਨਹੀਂ ਹੈਗੇ। ਅਕਾਲੀ ਦਲ ਹੀ ਜਿਹੜੀ ਸਹੀ ਸਰਕਾਰ ਦੇ ਸਕਦਾ। ਉਸ ਪਹਿਲੇ ਦਿਨ ਹੀ ਉਸ ਦਾ ਜਿਹੜਾ ਆਪਾਂ ਕਹਾਂਗੇ ਕਾਫੀ ਤਿੱਖਾ ਵਿਰੋਧ ਹੋਇਆ। ਬਾਕੀ ਹੁਣ ਜਿਉਂ ਲੋਕਾਂ ਨੂੰ ਪਤਾ ਲੱਗਦਾ ਜਾਊਗਾ, ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਹੋਰ ਨੇ, ਤਾਂ ਵੱਡੇ ਇਕੱਠ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਜਾਣਗੇ। ਬਿਲਕੁਲ ਜੀ। ਕੋਈ ਉਪਜੀਤ ਜੀ ਖਾਸ ਗੱਲ ਕੋਈ ਰਹਿ ਗਈ ਹੋਵੇ, ਕਿਉਂਕਿ ਵੇਲਾ ਬਿਲਕੁਲ ਸਮਾਪਤੀ ਦੇ ਵੱਲ ਹੈ। ਬਿਲਕੁਲ ਜੀ, ਆਪਾਂ ਇੱਕ ਜ਼ਰੂਰ ਜ਼ਿਕਰ ਕਰ ਦਈਏ, ਇੱਕ ਬੜੀ ਆਪਾਂ ਕਹਾਂਗੇ ਘਿਨਾਉਣੀ ਘਟਨਾ ਜਾਂ ਦਰਦਨਾਕ ਘਟਨਾ ਸਾਹਮਣੇ ਆਈ। ਅੰਮ੍ਰਿਤਸਰ ਵਿਖੇ
ਇੱਕ ਬਰਥਡੇ ਪਾਰਟੀ ਚੱਲ ਰਹੀ ਸੀ, ਜਨਮ ਦਿਨ ਦੀ ਪਾਰਟੀ ਦੌਰਾਨ ਜੀ ਸਿਰਫ ਇਸ ਮੁੱਦੇ ਤੇ ਗੋਲੀਆਂ ਚੱਲ ਗਈਆਂ ਕਿ ਉਹ ਇੱਕ ਦੂਜੇ ਦੇ ਮੂੰਹ ਤੇ ਕੇਕ ਲਾਉਣਾ ਸ਼ੁਰੂ ਕਰਤਾ। ਦੋ ਘਰਾਂ ਦੇ ਹਾਂ ਰੀਤ ਜੀ ਹੁਣ ਚੱਲੀ ਆ, ਮੂੰਹ ਤੇ ਕੇਕ ਜਿਹੜਾ ਮਲਣਾ ਹੁੰਦਾ, ਉਹ ਦੋ ਘਰਾਂ ਦੇ ਦੀਵੇ ਬੁਝਾਤੇ, ਇੱਕ ਦੂਜੇ ਦੇ ਕੇਕ ਮਲਣਾ ਸ਼ੁਰੂ ਕਰਤਾ ਤੇ ਇੱਕ ਬੰਦੇ ਨੇ ਕਿਹਾ ਹੋਣਾ ਕਿ ਨਾ ਭਾਈ ਮੇਰੇ ਨਾਂ ਮਲ, ਤੇ ਪਰ ਉਹ ਜਦੋਂ ਹੁਣ ਇੱਕ ਲੋਰ ਚੱਲ ਰਹੀ ਹੈ ਤਾਂ ਉਹਨਾਂ ਨੇ ਨਾ ਜੀ ਨਾ ਅਸੀਂ ਤਾਂ ਲਾਵਾਂਗੇ ਜੀ, ਲਾਵਾਂਗੇ ਅਸੀਂ ਲਾਵਾਂਗੇ। ਉਸ ਦੌਰਾਨ ਇੰਨੀ ਕੁ ਜਿਹੜੀ ਆਪਾਂ ਕਹਾਂਗੇ ਕੁੜੱਤਣ ਪੈਦਾ ਹੋ ਗਈ ਉਸ ਮਾਹੌਲ ਦੇ ਵਿੱਚ, ਜਿਹੜਾ ਬਰਥਡੇ ਪਾਰਟੀ ਚੱਲ ਰਹੀ ਸੀ, 30-35 ਜਾਣੇ ਉੱਥੇ ਇਕੱਠੇ ਸੀ ਤਾਂ ਕਿਸੇ ਕੋਲੇ ਬੰਦੂਕ ਸੀ, ਉਹਨੇ ਗੋਲੀਆਂ ਚਲਾਤੀਆਂ, 2 ਜਣਿਆਂ ਦੀ ਮੌਤ ਉੱਥੇ ਹੋ ਗਈ। ਇਹ ਬਹੁਤ ਹੀ ਜਿਹੜੀ ਆਪਾਂ ਦੁਖਦਾਈ ਘਟਨਾ ਹੈ ਕਿ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਪਿਸਤੌਲਾਂ ਲੈ ਕੇ ਨੌਜਵਾਨ ਪਹੁੰਚਦੇ ਨੇ, ਚਾਹੇ ਵੱਡੇ ਘਰਾਂ ਦੇ ਕਾਕੇ ਕਿਉਂ ਨਾ ਹੋਣ, ਪਰ ਇੱਕ ਜਨਮ ਦਿਨ ਦੀ ਪਾਰਟੀ ਦੇ ਵਿੱਚ ਹਥਿਆਰ ਲੈ ਕੇ ਪਹੁੰਚਣਾ ਇਹ ਆਪਣੇ ਆਪ ਦੇ ਵਿੱਚ ਹੈਰਾਨਕੁਨ ਹੈਗਾ। ਚਾਹੇ ਕਿਸੇ ਨੂੰ ਕਿਸੇ ਨੇ ਸੱਦਿਆ ਕਿਵੇਂ ਨਹੀਂ ਆਇਆ, ਕਿਵੇਂ ਆਇਆ, ਪਰ ਉੱਥੇ ਜਿਹੜਾ ਮਾਹੌਲ ਜੋ ਉਸ ਤੋਂ ਗੋਲੀਬਾਰੀ ਤੋਂ ਬਾਅਦ ਹੋਇਆ, ਚੀਕ ਚਿਹਾੜਾ ਪਿਆ, ਉਹ ਬਹੁਤ ਹੀ ਦਰਦਨਾਕ ਸੀਗਾ। ਜਿਨ੍ਹਾਂ ਦੇ ਪੁੱਤ ਚਲੇ ਗਏ ਉਹਨਾਂ ਨੂੰ ਪਤਾ ਹੈ ਕਿ ਅਸੀਂ ਤਾਂ ਉਹਨਾਂ ਨੂੰ ਇੱਕ ਬਰਥਡੇ ਪਾਰਟੀ ਦੇ ਵਿੱਚ, ਜਨਮ ਦਿਨ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਲਈ ਭੇਜਿਆ ਸੀ, ਪਰ ਉਹ ਉੱਥੋਂ ਉਹਨਾਂ ਦੀਆਂ ਲਾਸ਼ਾਂ ਹੀ ਪਰਤੀਆਂ ਨੇ। ਬਿਲਕੁਲ ਜੀ। ਇੱਕ ਵਾਰ ਜਾਂਦੇ ਜਾਂਦੇ ਫੇਰ ਦੱਸ ਦਿੰਦੇ ਆ ਜੀ, ਹਮਦਰਦ TV ਕੈਨੇਡਾ, ਇਹਦੇ ਤੇ ਸਾਡਾ ਇਹ ਪ੍ਰੋਗਰਾਮ ਜਿਹੜਾ ਫੇਸਬੁੱਕ ID ਤੇ ਲਾਈਵ ਚੱਲਦਾ। ਬਾਕੀ YouTube ਦਾ ਜਿਹੜਾ ਪੇਜ ਸਾਡਾ ਹੈਗਾ ਪਹਿਲਾਂ ਤਰ੍ਹਾਂ ਹੀ ਹੈ, ਲਾਈਕ ਤੇ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲਓ ਜੀ। ਇਸ ਤੋਂ ਇਲਾਵਾ dailyhamdard.com ਵੈਬਸਾਈਟ ਹੈਗੀ ਹੈ, ਇਹਦੇ ਤੇ ਜਾ ਕੇ ਵੀ ਤੁਸੀਂ ਸਾਡਾ ਇਹ ਪ੍ਰੋਗਰਾਮ ਜਾਂ ਹੋਰ ਵੀ ਕੋਈ ਵੀ ਅਪਡੇਸ਼ਨ ਜਿਹੜੀ ਹੈਗੀ ਹੈ ਇੱਥੋਂ ਲੈ ਸਕਦੇ ਹੋ। ਅਗਲੇ ਪਾਸੇ ਜੀ ਜੇ ਕੋਈ ਐਡਵਰਟੀਜ਼ਮੈਂਟ ਵਿਚੋਲਾ ਸੁਣ ਲੈ, ਸਰਕਾਰੀ ਇਮੀਗ੍ਰੇਸ਼ਨ ਜਾਂ ਬੱਲਿਓ ਡਰਾਈਵਰ ਪ੍ਰੋਗਰਾਮ 'ਚ ਦੇਣਾ ਚਾਹੁੰਦੇ ਹੋ ਤਾਂ 905 791 9999 98 141 80 582 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ। ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਕੱਲ ਨੂੰ ਫੇਰ ਮਿਲਾਂਗੇ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।